जय हिंद जय भारत। दोस्तों आप देख रहे हैं लाइव भारत में हूँ आपका दोस्त अभर शुक्ला और मेयर पहुँच चुके हैं और यहाँ पर आप देख सकते हैं मेयर करमजीत सिंह रिंटू पहुँच चुके हैं और लाइव भारत पर हम आपको तस्वीरें दिखा रहे हैं। एक तरफ मेयर यहाँ पे और मेयर यहाँ पे पहुँचे, देख सकते हैं आप मेयर करमजीत सिंह रिंटू यहाँ पे पहुँचे हैं और उनका अभिवादन करते हुए आशु नहर और अंदर हम आपको दिखाते हैं अंदर की तस्वीरें हम दिखाते हैं। आज होली की मुबारकबाद देने आए हैं और मांगे भी मान लेंगे, जैसा कि आज लिख रहा है खुद मेयर साहब आए हैं तो मांगे भी मान लेंगे। तो देख सकते हैं लाइव तस्वीरें लाइव भारत पर। तो मेयर करमजीत सिंह रिंटू पहुंच चुके हैं। मुलाजिम एकता के नारे लग रहे हैं। तो जैसा कि ये मुलाजिम है यहाँ पे और मेयर साहब पहुँचे हैं यहाँ पे और मेयर करमजीत सिंह रिंटू मुलाजिमों की मांगों को लेकर यहाँ पहुँचे हैं। तो ये बड़ी खबर है। तो देख सकते हैं आप और मुलाजिम यहाँ पे सब बैठे हुए हैं और ये लाइव तस्वीरें हैं लाइव भारत पर। तो अभी थोड़ी ही देर में मेयर करमजीत सिंह रिंटू अपनी मांगे रख। सरदार करमजीत ਸਿੰਘ ਜੀ ਰਿੰਟੂ ਅੱਜ ਸਮੂਹ ਮੁਲਾਜ਼ਮਾਂ ਨੂੰ ਆਪ ਸੰਬੋਧਿਤ ਕਰਨ ਪਹੁੰਚੇ ਨੇ ਇੱਥੇ ਆਟੋ ਵਰਕਸ਼ਾਪ ਦੇ ਵਿੱਚ। ਸਭ ਨਾਲ ਪਹਿਲੇ ਮੈਂ ਉਹਨਾਂ ਨੂੰ ਸਮੂਹ ਆਪਣੀ ਯੂਨੀਅਨ ਅਤੇ ਸਮੂਹ ਮੁਲਾਜ਼ਮਾਂ ਵੱਲੋਂ ਜੀ ਆਇਆਂ ਨੂੰ ਆਖਦਾ ਤੇ ਵੈਲਕਮ ਕਰਦਾ ਮਾਨਯੋਗ ਮੇਅਰ ਸਾਹਿਬ ਦਾ ਵੀ ਮੇਅਰ ਸਾਹਿਬ ਇਹ ਵਰਕਸ਼ਾਪ ਤੁਹਾਡੀ ਆ, ਕਾਰਪੋਰੇਸ਼ਨ ਤੁਹਾਡੀ ਆ, ਕਾਰਪੋਰੇਸ਼ਨ ਦੇ ਮੁਲਾਜ਼ਮ ਨੇ ਜਿਹੜੇ ਉਹ ਵੀ ਤੁਹਾਡੇ ਨੇ। ਅੱਜ ਤੁਸੀਂ ਆਪਣੇ ਪਰਿਵਾਰ ਕੋਲ ਚੱਲ ਕੇ ਆਈਏ, ਪਰਿਵਾਰ ਤੁਹਾਡਾ ਜੀ ਆਇਆਂ ਨੂੰ ਆਖਦਾ ਤੇ ਤੁਹਾਡਾ ਧੰਨਵਾਦ ਕਰਦਾ। ਤੇ ਹੁਣ ਮੇਰੇ ਲੀਡਰ ਸਹਿਬਾਨ ਨੇ ਜਿਹੜੇ ਸੀਨੀਅਰ ਉਹ ਇੱਕ ਜੋ ਵੀ ਸਾਡੇ ਮੁਲਾਜ਼ਮਾਂ ਦੀਆਂ ਜੋ ਸਾਡੇ ਸਮਾਜ ਦੀਆਂ ਮੁਸ਼ਕਲਾਂ ਨੇ ਜਿੱਤਾ ਕੇ ਜਿਸ ਤਰ੍ਹਾਂ 195 ਸੀਵਰਮੈਨਾਂ ਦੀ 46 ਬੰਦੇ ਜਿਨ੍ਹਾਂ ਨੇ ਕਰੋਨਾ ਕਾਲ 'ਚ ਕੰਮ ਕੀਤਾ, ਜਿਸ ਤਰ੍ਹਾਂ ਕਿ 800 ਬੰਦੇ ਦੀ ਭਰਤੀ ਨਾਲ ਦੇ ਨਾਲ 15 ਸਾਲ ਪੁਰਾਣੀਆਂ ਗੱਡੀਆਂ ਜਿਨ੍ਹਾਂ ਦੇ ਕੰਮ ਨਹੀਂ ਹੁੰਦੇ, ਜਿਸ ਤਰ੍ਹਾਂ ਕਿ 4 ਟਿੱਪਰ ਖੋਤੇ ਦੇ ਨੇ, ਜਿਸ ਤਰ੍ਹਾਂ ਸਾਡਾ ਪੀਐਫ ਕਰਾਵਾ ਸਾਡੇ ਪੀਐਫ ਦਾ ਨਾਮ ਦੇ ਨਿਕਲ ਗਿਆ, ਜਿਸ ਤਰ੍ਹਾਂ ਇੱਕ ਦੋ ਜਮਾਦਾਰ ਦੀ ਬਦਲੀ ਕਰਕੇ ਉਹਨੂੰ ਸ਼ਹੀਦ ਕੀਤਾ ਜਾ ਰਿਹਾ। अपनी मांगे रखते हुए आशु नाहर और मेयर पहुंचे करमजीत सिंह रिंटू अपनी मांगे रखते हुए और इनके सीवरमैन और स्ट्रीट लाइट कर्मचारी यूनियन 195 सीवरमैन पक्के किए जाएं, ये मांग है। ठेकेदार सिस्टम बंद किया जाए, 130 स्ट्रीट लाइट वाले पक्के किए जाए। मेरी बेनती है मानयोग करमजीत सिंह रिंटू जी भी समूह मुलाजमान ਦੀਆਂ ਮੁਸ਼ਕਲਾਂ ਮਾਨਯੋਗ ਮੇਅਰ ਸਾਹਿਬ ਦਿਲੋਂ ਸੁਣੋ ਤੇ ਦਿਲੋਂ ਇਹਨਾਂ ਦਾ ਹੱਲ ਕਰੋ। ਇਹ ਤੁਹਾਡਾ ਸਮਾਜ ਤੁਹਾਡੇ ਆਪਣੇ ਮੁਲਾਜ਼ਮ ਨੇ, ਤੁਹਾਡੀ ਜੈਕਾਰੀ ਹੋਏਗੀ। ਮੁਲਾਜ਼ਮ ਏਕਤਾ ਜਿੰਦਾਬਾਦ, ਮੁਲਾਜ਼ਮ ਏਕਤਾ तो अपनी मांगे रखते हुए चेयरमैन और अपनी मांगे रखते हुए चेयरमैन और करमजीत सिंह रिंटू साथ खड़े हैं, उनके साथ टोना प्रधान और भी अलग अलग यूनियन का प्रधान वालिया भी पहुंचे हुए हैं। अब मेयर साहब आगे बढ़ रहे हैं। अब मेयर साहब अभी संबोधन करेंगे। मेयर साहब अपनी संबोधन में क्या कहते हैं? नेतागण सब ਨੂੰ ਪਹਿਲਾਂ ਮੈਂ ਹੋਲੀ ਦੀ
ਤੇ ਹੋਲੇ ਮਹੱਲੇ ਦੀ ਲੱਖ ਲੱਖ ਮੁਬਾਰਕਬਾਦ ਦਿੰਦਾ। ਔਰ 1 ਮਿੰਟ ਕਰ ਲੈਂਦੇ ਹੋ, ਗੱਲ ਉਹਨੂੰ ਕੋਈ ਨਹੀਂ। ਔਰ ਅੱਜ ਇੱਥੇ ਜਿਹੜਾ ਮੈਂ ਤੁਹਾਡੇ ਵਿੱਚ ਆਇਆ ਚੱਲ ਕੇ, ਇਹ ਕੋਈ ਇਸ ਕਰਕੇ ਨਹੀਂ ਮੈਂ ਆਇਆ ਕਿ ਤੁਸੀਂ ਹੜਤਾਲ ਕੀਤੀ ਅਤੇ ਤਦ ਤੁਹਾਡੀ ਹੜਤਾਲ ਖਲਾਉਣ ਵਾਸਤੇ ਆਇਆ। ਮੈਂ ਤੁਹਾਨੂੰ ਇੱਕ ਗੱਲ ਦੱਸਣ ਆਇਆ ਕਿ ਜਿਹੜੀਆਂ ਗੱਲਾਂ ਮੇਰੇ ਕੰਨਾਂ 'ਚ ਪੈਂਦੀਆਂ ਕਿ ਨਾ ਤੇ ਇਸ ਸ਼ਹਿਰ ਦਾ ਮੇਅਰ ਹਿਟਲਰ ਆ, ਨਾ ਮੁਲਾਜ਼ਮ ਵਿਰੋਧੀ ਆ, ਔਰ ਨਾ ਹੀ ਅੱਜ ਤੱਕ ਕੋਈ ਵੀ ਇੱਦਾਂ ਦਾ ਫੈਸਲਾ ਕੀਤਾ ਕਿ ਜਿਹੜਾ ਮੁਲਾਜ਼ਮਾਂ ਦੇ ਖਿਲਾਫ ਜਾਵੇ, ਤੇ ਨਾ ਹੀ ਮੇਰੀ ਕੋਈ ਈਗੋ ਆ ਕਿ ਮੈਂ ਈਗੋ ਦੇ ਵਿੱਚ ਕੋਈ ਤੁਹਾਡਾ ਨੁਕਸਾਨ ਕਰਨਾ, ਕਿ ਮੇਰੀ ਕਿਸੇ ਮੁਲਾਜ਼ਮ ਦੇ ਨਾਲ ਕੋਈ ਨਿੱਜੀ ਦੁਸ਼ਮਣੀ ਨਹੀਂ, ਮੇਰਾ ਕੋਈ ਇੱਦਾਂ ਦਾ ਮੰਤਵ ਨਹੀਂ। ਪਰ ਇੱਕ ਗੱਲ ਜੋ ਮੈਂ ਮਹਿਸੂਸ ਕੀਤੀ ਆ ਕਿ ਕਿਤੇ ਨਾ ਕਿਤੇ ਸਾਡੇ ਮੁਲਾਜ਼ਮਾਂ ਨੂੰ, ਅੰਮ੍ਰਿਤਸਰ ਦੇ ਵਾਸੀਆਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਕਿ ਅੰਮ੍ਰਿਤਸਰ ਦਾ ਮੇਅਰ ਮੁਲਾਜ਼ਮਾਂ ਦੀ ਸੁਣਦਾ ਨਹੀਂ, ਮੁਲਾਜ਼ਮਾਂ ਦੇ ਉਲਟ ਆ। ਔਰ ਇਹ ਕਿਤੇ ਨਾ ਕਿਤੇ ਮੈਨੂੰ ਨਹੀਂ ਹੁਣ ਪਤਾ ਇਹ ਕਿਹਦੀ ਚੁੱਕਿਆ, ਕੋਈ ਕਿਹੜਾ ਕੋਈ ਇਹਦੇ ਪਿੱਛੇ ਸਿਆਸੀ ਮੰਤਵ ਆ ਜਾਂ ਜੋ ਵੀ ਆ, ਇਸ ਗੱਲ ਦੀ ਮੈਨੂੰ ਸਮਝ ਨਹੀਂ ਆਈ। ਅੱਜ ਮੈਨੂੰ ਸਵੇਰੇ ਆਸ਼ੂ ਨੇ ਕਿਹਾ ਸੀਗਾ ਕਿ ਅਸੀਂ ਤੁਹਾਡੇ ਕੋਲ ਆ ਜਾਂਦੇ ਆ। ਮੈਂ ਕਿਹਾ ਕਿ ਮੇਰੇ ਕੋਲ ਆਉਣ ਦੀ ਲੋੜ ਨਹੀਂ, ਫਿਰ ਕਹੋਗੇ ਕਿ ਮੇਰੇ ਕੋਲ ਇੱਦਾਂ ਦੀ ਗੱਲ ਬਣੇਗੀ ਕਿ ਸ਼ਾਇਦ ਇਹ ਸਾਨੂੰ ਬੁਲਾ ਕੇ ਅੰਦਰ ਕਮਰਿਆਂ 'ਚ ਗੱਲ ਕਰਦਾ। ਮੈਂ ਤੁਹਾਡਾ ਚੁਣਿਆ, ਤੁਹਾਡੇ ਵਿੱਚੋਂ ਤੁਹਾਡਾ ਨੁਮਾਇੰਦਾ, ਔਰ ਸਾਨੂੰ ਜਿਹੜਾ ਇਹ 5 ਸਾਲ ਤੁਹਾਡੀ ਸੇਵਾ ਕਰਨ ਦਾ ਮੌਕਾ ਮਿਲਿਆ, ਅਸੀਂ ਨਹੀਂ ਚਾਹੁੰਦੇ ਕਿ ਸਾਡੇ ਵਿੱਚ ਕੋਈ ਇੱਦਾਂ ਦੇ ਕੜਵੇ ਰਿਸ਼ਤੇ ਬਣ ਕੇ ਜਿਹਦੇ ਨਾਲ ਲੋਕਾਂ ਦੇ ਵਿੱਚ ਵੀ ਅਸਰ ਗਲਤ ਜਾਵੇ। ਔਰ ਇਹ ਪਵਿੱਤਰ ਧਰਤੀ ਹੈ ਗੁਰੂ ਰਾਮਦਾਸ ਜੀ ਦੀ ਵਸਾਈ, ਜਿੱਥੇ ਸਾਡੇ ਰਿਸ਼ੀਆਂ ਮੁਨੀਆਂ ਪੈਗੰਬਰਾਂ ਦੇ ਚਰਨ ਪਏ ਨੇ, ਔਰ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਨਾਮ ਸਾਰੇ ਵਿਸ਼ਵ 'ਚ ਜਾਣਿਆ ਜਾਂਦਾ, ਲੋਕੀ ਸਜਦਾ ਕਰਦੇ ਨੇ। ਔਰ ਉਹਦੇ ਲਈ, ਉਹਦੀ ਸੇਵਾ ਲਈ ਤਤਪਰ ਹੋਣਾ ਜਿੰਨਾ ਕੁ ਮੇਰਾ ਫਰਜ਼ ਹੈ, ਉਹਨਾਂ ਤੁਹਾਡਾ ਸਾਰੇ ਮੁਲਾਜ਼ਮਾਂ ਦਾ ਫਰਜ਼ ਹੈ। ਇਸ ਸ਼ਹਿਰ ਦੀ ਜਿਹੜੀ ਸੁੰਦਰਤਾ ਨੂੰ ਲੈ ਕੇ, ਸਫਾਈ ਨੂੰ ਲੈ ਕੇ ਜਿੰਨਾ ਮੈਂ ਚਿੰਤਤ ਆ, ਉਨੇ ਤੁਸੀਂ ਚਿੰਤਤ ਹੋ। ਔਰ ਮੇਰਾ ਹਮੇਸ਼ਾ ਤੁਹਾਡੇ ਅੱਗੇ ਸਿਰ ਝੁਕਦਾ ਕਿ ਤੁਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਸ ਸ਼ਹਿਰ ਦੀ ਸੇਵਾ ਦੇ ਵਿੱਚ ਲੱਗੇ ਹੋ। ਔਰ ਮੈਨੂੰ, ਕਿਉਂਕਿ ਅੱਜ ਸਾਰਾ ਮੀਡੀਆ ਵਾ, ਮੈਨੂੰ ਇਹ ਗੱਲ ਕਹਿਣ 'ਚ ਕੋਈ ਹਰਜ ਨਹੀਂ ਕਿ ਜਿਹੜੇ ਭੈਣ ਭਰਾ ਸਾਡੇ ਸਵੇਰੇ ਸਾਡੇ ਜਾਗਣ ਤੋਂ ਪਹਿਲਾਂ ਉੱਠ ਕੇ ਇਸ ਸ਼ਹਿਰ ਦੀਆਂ ਸੜਕਾਂ ਸਾਫ਼ ਕਰਦੇ ਨੇ, ਇਸ ਸ਼ਹਿਰੀਆਂ ਦਾ ਕੂੜਾ ਚੁੱਕਦੇ ਨੇ, ਇਸ ਸ਼ਹਿਰੀਆਂ ਦਾ ਗੰਦ ਚੁੱਕਦੇ ਨੇ, ਉਹਨਾਂ ਨੂੰ ਮੇਰਾ ਸਜਦਾ। ਔਰ ਮੇਰੀ ਉਹਨਾਂ ਦੇ ਨਾਲ ਕੋਈ ਲੜਾਈ ਨਹੀਂ, ਕੋਈ ਈਗੋ ਨਹੀਂ। ਮੈਂ ਉਹਨਾਂ ਦੇ ਪੈਰ ਚਰਨ ਧੋ ਕੇ ਉਹ ਚਰਨਾਮਤ ਵੀ ਪੀ ਸਕਦਾ, ਕਿਉਂਕਿ ਮੈਂ ਤੁਹਾਡਾ ਇੰਨਾ ਸਤਿਕਾਰ ਕਰਦਾ। ਪਰ ਇੱਕ ਗੱਲ ਇੱਥੇ ਸਮਝਣ ਦੀ ਲੋੜ ਆ ਕਿ ਹਰ ਵਾਰੀ ਇੱਕ ਗੱਲ ਨੂੰ ਤੁਸੀਂ ਟਾਰਗੇਟ ਕਰਕੇ ਕਿ ਮੇਅਰ ਨੇ ਇੰਜ ਕਰਤਾ, ਮੇਅਰ ਨੇ ਉਂਝ ਕਰਤਾ। ਅੱਜ ਮੈਂ ਤੁਹਾਡੀ ਕਚਹਿਰੀ 'ਚ ਖਲੋਤਾ ਵਾਂ, ਮੈਂ ਸਾਰੇ ਲੀਡਰ ਸਾਹਿਬਾਨਾਂ ਨੂੰ ਤੁਹਾਨੂੰ ਮੌਕਾ ਦੇਣਾ ਕਿ ਮੈਨੂੰ ਦੱਸੋ ਕਿ ਮੈਂ ਕਿੱਥੇ ਤੁਹਾਡੇ ਕੋਈ ਖਿਲਾਫ ਫੈਸਲਾ ਕੀਤਾ। ਅੱਜ ਸਾਰਾ ਮੀਡੀਆ, ਅੱਜ ਸਾਰਾ ਨਗਰ ਸੁਣਦਾ, ਕਿਉਂਕਿ ਅੱਜ ਮੈਂ ਨਗਰ ਦੀ, ਇਸ ਨਗਰ ਦੀ ਜਿਹੜੀ ਇੱਕ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਇਹ ਨਗਰ ਦੀ ਸਫਾਈ ਵਾਸਤੇ, ਨਗਰ ਦੀ ਬਿਹਤਰੀ ਵਾਸਤੇ ਤੁਹਾਡੇ 'ਚ ਆਇਆ। ਅਸੀਂ ਹਮੇਸ਼ਾ ਤੁਹਾਡੇ ਲਈ ਤਤਪਰ ਹਾਂ, ਹਮੇਸ਼ਾ ਤੁਹਾਡੇ ਨਾਲ ਹਾਂ। ਜੇ ਇੱਥੇ ਅੱਜ 150 ਤੋਂ ਉੱਤੇ ਤੁਹਾਡੀ ਗੱਡੀ ਚੱਲ ਰਹੀ ਹੈ, ਤੇ ਸਾਰੇ ਸਾਡੇ ਕੋਲ 55-57 ਡਰਾਈਵਰ ਨੇ, ਔਰ ਅਸੀਂ ਜਿਹੜੇ ਸਫਾਈ ਸੇਵਕ ਨੇ ਉਹਨਾਂ ਨੂੰ ਵੀ ਡਰਾਈਵਰ ਦਾ ਰੁਤਬਾ ਦੇ ਕੇ ਉਹਨਾਂ ਕੋਲ ਕੰਮ ਕਰਵਾਇਆ। ਅਸੀਂ ਹਰ ਬੰਦੇ ਨੂੰ ਹਮੇਸ਼ਾ ਆਪਣੇ ਸਿਰ ਦਾ ਤਾਜ ਸਮਝ ਕੇ ਕੰਮ ਕਰਵਾਇਆ, ਕਦੀ ਕਿਸੇ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ। ਔਰ ਪਿਛਲੀ ਵਾਰੀ ਮੇਰੇ ਨਾਲ ਚੇਅਰਮੈਨ ਰਾਜੂ ਜੀ, ਟੋਨਾ ਜੀ ਔਰ ਇਹਨਾਂ ਦੇ ਇੱਕ ਹੋਰ ਸਾਥੀ ਆਏ ਸੀ, ਇਹ ਵੀ ਗੱਲ ਕਰਕੇ ਗਏ ਸੀ। ਉੱਧਰ ਵੀ ਬੈਠ ਕੇ ਇਹਨਾਂ ਨੇ ਇਹ ਗੱਲ ਕੀਤੀ ਕਿ ਦੱਸੋ ਭਈ ਚਾਹੁੰਦੇ ਕੀ ਜੇ, ਤੁਸੀਂ ਜਿੰਨੀ ਵਾਰੀ ਜੋ ਮੈਨੂੰ ਕਹਿੰਦੇ ਜੇ ਜੋ ਮੇਅਰ ਕਰ ਸਕਦਾ ਉਹ ਤੁਹਾਡੇ ਨਾਲ ਹੈ। ਉਦੋਂ 1 ਮਿੰਟ ਜੀ ਤੁਸੀਂ ਗੱਲ ਕਰ ਲਿਓ। ਉਦੋਂ ਵੀ ਮੈਨੂੰ ਇਹਨਾਂ ਨੇ ਵਿਸ਼ਵਾਸ ਇਹ ਗੱਲ ਦਾ ਦਵਾਇਆ ਸੀਗਾ। ਉਦੋਂ ਵੀ ਇੱਥੇ ਆ ਜਾ, ਤੂੰ ਛੋਟੇ ਵੀਰ ਇੱਥੇ ਆ ਕੇ ਗੱਲ ਕਰ, ਆ ਜਾ। ਉਦੋਂ ਵੀ ਜਿੱਥੇ ਮੈਂ ਇਹਨਾਂ ਨੂੰ ਵਿਸ਼ਵਾਸ ਦਵਾਇਆ ਸੀ, ਨਹੀਂ ਬੁਲਾ ਲਓ, ਕੋਈ ਨਹੀਂ, ਨਹੀਂ ਮੈਂ ਤੁਹਾਨੂੰ ਉਦੋਂ ਵੀ ਇਸ ਗੱਲ ਦਾ ਵਿਸ਼ਵਾਸ ਦਵਾਇਆ ਸੀ, ਔਰ ਤੁਸੀਂ ਵੀ ਮੈਨੂੰ ਇਸ ਗੱਲ ਦਾ ਵਿਸ਼ਵਾਸ ਦਵਾਇਆ ਸੀਗਾ ਕਿ ਅੱਜ ਤੋਂ ਬਾਅਦ ਅਸੀਂ ਹੜਤਾਲ ਨਹੀਂ ਕਰਾਂਗੇ। ਮੈਨੂੰ ਦੱਸ ਕੀ ਕਹਿਣਾ ਪਿਆ। ਅੱਜ ਤੋਂ ਬਾਅਦ ਅਸੀਂ ਹੜਤਾਲ ਨਹੀਂ ਕਰਾਂਗੇ। ਹਾਂ ਦੱਸੋ ਕੀ ਇਧਰ ਆ ਕੇ ਕੀ ਕਹਿਣਾ। ਮੇਰੇ ਸਾਥ ਸੀਵਰਮੈਨ ਜਿਹੜੇ ਕੱਚੇ ਆ। 1 ਮਿੰਟ ਹੁਣ ਤੇਰੀ ਗੱਲ ਹੋ ਗਈ, ਚਲ ਬਾਅਦ ਚੋਂ ਕਰ। ਮੈਨੂੰ ਇਹ ਗੱਲ ਦੱਸ ਕਿ ਜਿੱਦਣ ਅਸੀਂ ਆਏ ਆ 2018 ਦੀ ਆਉਂਦਿਆਂ ਹੀ ਜਿਹੜੀ ਮੀਟਿੰਗ ਅਸਾਂ ਕੀਤੀ ਉਹਦੇ ਵਿੱਚ ਤੁਹਾਡਾ ਮਤਾ ਪਾ ਕੇ ਭੇਜਿਆ ਕਿ ਨਹੀਂ ਭੇਜਿਆ? ਛੋਟੇ ਵੀਰ
ਜਿਹੜੇ ਸੀਵਰਸ ਤੁਹਾਨੂੰ ਨੌਕਰੀਆਂ ਦੇਣੀਆਂ ਪੰਜਾਬ ਸਰਕਾਰ ਨੇ ਦੇਣੀਆਂ, ਮੇਅਰ ਨੇ ਨਹੀਂ ਦੇਣੀਆਂ। ਮੇਅਰ ਨੇ ਨੌਕਰੀਆਂ ਦੇਣੀਆਂ। ਹੁਣ ਮੇਅਰ ਅੱਜ ਹੀ 10,000 ਬੰਦਾ ਭਰਤੀ ਕਰ ਲੇ। ਕੋਈ ਵੀ ਨੇਤਾ ਇਹ ਨਹੀਂ ਚਾਹੁੰਦਾ ਕਿ ਸਾਡੇ ਭੈਣ ਭਰਾਵਾਂ ਨੂੰ ਅਸੀਂ ਨੌਕਰੀਆਂ ਨਾ ਦਈਏ, ਅਸੀਂ 10,000 ਬੰਦਾ ਭਰਤੀ ਕਰੀਏ। ਇਹ ਐਡਾ ਭਾਵੁਕ ਹੋ ਕੇ ਛੋਟਾ ਵੀਰ ਆਇਆ, ਇਹਨੂੰ ਕੋ 2018 ਦਸੰਬਰ ਦਾ ਮਤਾ ਪੜ੍ਹ ਲੈ ਜਿਹੜਾ 31 ਤਰੀਕ ਨੂੰ ਅਸੀਂ ਪਾ ਕੇ ਭੇਜਿਆ, ਔਰ ਕਿੰਨੇ ਮੁਲਾਜ਼ਮਾਂ ਦੇ ਹੱਕ 'ਚ ਮਤੇ ਪਾ ਕੇ ਭੇਜੇ ਆ। ਸੋ ਇੱਕ ਗੱਲ ਮੈਂ ਤੁਹਾਨੂੰ ਦੱਸਾਂ, ਇੱਕ ਗੱਲ ਸਮਝ ਕੇ ਚੱਲਿਓ ਕਿ ਅੱਜ ਜੇ ਮੈਂ ਤੁਹਾਡੇ 'ਚ ਆਇਆ ਤੇ ਮੈਂ ਇਸ ਕਰਕੇ ਨਹੀਂ ਆਇਆ ਕਿ ਕੋਈ ਤੁਹਾਡੇ ਦਬਾਅ 'ਚ ਆਇਆ। ਮੇਰੀ ਸੁਣ ਲਓ ਗੱਲ, ਅੱਜ ਮੈਂ ਛੋਟੇ ਵੀਰ ਇਸ ਕਰਕੇ ਆਇਆ ਕਿ ਤੁਸੀਂ ਮੇਰਾ ਪਰਿਵਾਰ ਹੋ। ਮੈਂ ਤੁਹਾਡੀ ਹਰ ਗੱਲ ਮੰਨਣ ਨੂੰ ਤਿਆਰ ਹਾਂ। ਤੁਹਾਡਾ ਕੰਮ ਕਰਾਉਣਾ ਅਫਸਰਾਂ ਦਾ ਕੰਮ ਆ, ਤੁਹਾਂ ਕੰਮ ਕਰਨਾ। ਜਿਹੜੀਆਂ ਤੁਸੀਂ ਮੈਨੂੰ ਆਪਣਾ ਮੁਖੀਆ ਸਮਝ ਕੇ, ਜੇ ਤੁਸੀਂ ਮੈਨੂੰ ਆਪਣਾ ਅੱਗੇ ਲੱਗਾ ਨੇਤਾ ਸਮਝ ਕੇ ਜਾਂ ਆਪਣਾ ਭਰਾ ਸਮਝ ਕੇ ਤੁਸੀਂ ਕੋਈ ਮੇਰੇ ਕੋਲ ਆਪਣੀ ਦੁੱਖ ਤਕਲੀਫ ਲੈ ਕੇ ਆਉਂਦੇ ਜੇ, ਤੇ ਜਿੱਦਾਂ ਮੈਂ ਸ਼ਹਿਰ ਦੇ ਇੱਕ ਨਾਗਰਿਕ ਦੀ ਗੱਲ ਸੁਣਨੀ, ਉੱਦਾਂ ਮੈਂ ਆਪਣੇ ਇੱਕ ਮੁਲਾਜ਼ਮ ਦੀ ਗੱਲ ਸੁਣਨੀ ਆ, ਔਰ ਉਸ ਜਿਹੜੀ ਗੱਲ ਦਾ ਜਿਹੜੀ ਉਹ ਮੁਸ਼ਕਲ ਹੈ ਉਹਦਾ ਸਮਾਧਾਨ ਕਰਨਾ। ਅੱਜ ਇੱਕ ਗੱਲ ਸਾਰਾ ਮੈਂ ਪੂਰੇ ਨਗਰ ਨਿਵਾਸੀਆਂ ਨੂੰ ਵੀ ਦੱਸਣਾ ਚਾਹੁੰਦਾ, ਸਾਡੇ ਜਿੰਨੇ ਯੂਨੀਅਨ ਦੇ ਨੇਤਾ ਨੇ ਉਹਨਾਂ ਨੂੰ ਔਰ ਸਾਰੇ ਜਿਹੜੇ ਮੁਲਾਜ਼ਮ ਸੁਣਦੇ ਨੇ ਸੁਣ ਲਓ ਕਿ ਮੈਂ ਹਮੇਸ਼ਾ ਤੁਹਾਡਾ ਸਤਿਕਾਰ ਕਰਦਾ। ਔਰ ਮੇਅਰ ਦੀ ਜੋ ਇੱਕ ਮਿੰਟ ਗੱਲ ਸੁਣੋ, ਮੇਅਰ ਦੀ ਜੋ ਪਾਵਰ ਆ, ਮੇਅਰ ਦੀ ਜੋ ਅਥਾਰਟੀ ਹੈਗੀ ਆ, ਜਿੰਨੇ ਵੀ ਮੇਰੀ ਅਥਾਰਟੀ, ਜਿੰਨੀ ਵੀ ਮੇਰੀ ਪਾਵਰ ਤੁਹਾਡੀਆਂ ਮੰਗਾਂ ਹੁੰਦੀਆਂ ਹੁਣੇ ਮੰਨੀਆਂ। ਮੈਂ ਤੁਸੀਂ ਆਪਣੀਆਂ ਮੰਗਾਂ ਇੱਥੇ ਮੈਨੂੰ ਦੇ ਦਿਓ, ਮੇਰੇ ਕੋਲ ਉਹਦੇ ਉੱਤੇ ਹੁਣੇ ਹੀ ਜੋ ਲਿਖਾਉਣਾ ਲਿਖਾ ਕੇ ਜਿਹੜੀ ਚੀਜ਼ ਮੇਰੀ ਪਾਵਰ 'ਚ ਆ ਮੈਂ 100% ਤੁਹਾਡੀ ਗੱਲ ਮੰਨੂਗੀ। ਦੂਜੀ ਗੱਲ ਇਹ ਮੈਂ ਅੱਜ ਤੱਕ ਦੱਸਦਿਆਂ, ਅੱਜ ਤੁਸੀਂ ਜਿਹੜੇ ਸੀਵਰਮੈਨ ਤੇ ਸਟਰੀਟ ਲਾਈਟ ਵਾਲੇ, ਜੇ ਤੁਹਾਡਾ ਛੋਟੇ ਵੀਰ ਮੈਂ ਨੁਕਸਾਨ ਕਰਦਾ ਹੁੰਦਾ ਤੇ ਸੁਪਰੀਮ ਕੋਰਟ ਦੇ ਆਦੇਸ਼ ਹੈ ਤੁਹਾਨੂੰ ਸੀਵਰ 'ਚ ਨਹੀਂ ਵੜਨਾ, ਤੁਹਾਨੂੰ ਲੋੜ ਹੀ ਨਹੀਂ, ਤੇ ਤੁਸੀਂ ਸਾਡੇ ਮੁਲਾਜ਼ਮ ਨਹੀਂ, ਤੁਸੀਂ ਜਿਹੜੀਆਂ ਮਹੱਲਾ ਸੁਧਾਰ ਸੁਸਾਇਟੀਆਂ ਦੇ ਮੁਲਾਜ਼ਮ ਤੇ ਅੱਜ ਤੁਹਾਨੂੰ ਅੱਜ ਤੋਂ 6 ਮਹੀਨੇ ਪਹਿਲਾਂ ਕੱਢ ਦਿੰਦੇ ਜੇ ਅਸੀਂ ਤੁਹਾਡਾ ਨੁਕਸਾਨ ਕਰਨਾ ਹੁੰਦਾ। ਅਸੀਂ ਤੁਹਾਡੇ ਨੁਮਾਇੰਦੇ, ਅਸੀਂ ਤੁਹਾਡੇ ਲਈ ਚੁਣ ਕੇ ਆਏ ਹਾਂ। ਅਸੀਂ ਤੁਹਾਡੀ ਜੇ ਅਸੀਂ ਤੁਹਾਨੂੰ ਜੋਬਾਂ ਦੇ ਨਹੀਂ ਸਕਦੇ ਤੇ ਤੁਹਾਨੂੰ ਜੋਬਾਂ ਤੋਂ ਕੱਢਾਂਗੇ ਨਹੀਂ। ਇਸ ਕਰਕੇ ਅਸੀਂ ਇਹ ਕਲੰਕ ਲੈ ਕੇ ਨਹੀਂ ਜਾਣਾ ਚਾਹੁੰਦੇ ਕਿ ਅਸੀਂ ਤੁਹਾਡਾ ਨੁਕਸਾਨ ਕੀਤਾ। ਜੇ ਸਾਡੀ ਈਗੋ ਹੋਵੇ, ਜੇ ਇੱਕ ਦੂਜੇ ਨੂੰ ਅੱਖਾਂ ਵਿਖਾਉਣ ਦਾ ਕੰਮ ਹੋਵੇ ਤਾਂ ਮੈਂ ਤੁਹਾਡੇ 'ਚ ਇੱਥੇ ਆਉਂਦਾ ਨਾ, ਤੁਹਾਨੂੰ ਮੈਂ ਛੁੱਟੀ ਕਰਾ ਕੇ ਇੱਥੇ ਆਉਂਦਾ। ਜਿਹੜੇ ਆ ਸਟਰੀਟ ਲਾਈਟ ਵਾਲੇ ਇਹਨਾਂ ਨੂੰ ਵੀ ਮੈਂ ਦੱਸ ਦਿਆਂ, ਇਹ ਵੀ ਸੁਸਾਇਟੀਆਂ 'ਚ ਕੰਮ ਕਰਦੇ, ਇਹ ਵੀ ਕਾਰਪੋਰੇਸ਼ਨ ਦੇ ਮੁਲਾਜ਼ਮ ਨਹੀਂਗੇ। ਜੇ ਅਸੀਂ ਤੁਹਾਡਾ ਨੁਕਸਾਨ ਕਰਨਾ ਹੁੰਦਾ ਤੇ ਅੱਜ ਸਮੁੰਦਰਾ ਕੰਪਨੀ ਨੂੰ ਅਸੀਂ ਅੱਜ ਜਨਵਰੀ ਤੋਂ ਚੱਲ ਪਿਆ ਉਹਨਾਂ ਦਾ ਕੰਮ, ਉਹਨਾਂ ਨੂੰ ਅਸੀਂ 20 ਲੱਖ ਰੁਪਈਆ ਮਹੀਨੇ ਦੀ ਮੇਨਟੇਨੈਂਸ ਉਹਨਾਂ ਨੂੰ ਦੇਣੀ ਆ ਤੇ ਤੁਹਾਨੂੰ ਤਨਖਾਹਾਂ ਵੱਖਰੀਆਂ ਦੇ ਰਹੇ ਆ। ਜੇ ਤੁਹਾਡਾ ਨੁਕਸਾਨ ਕਰਨਾ ਹੁੰਦਾ ਤੇ ਅੱਜ ਤੁਹਾਡੀ ਵੀ ਛੁੱਟੀ ਕਰਾ ਕੇ ਇੱਥੇ ਆਉਂਦਾ। ਸੋ ਮੈਂ ਇੱਕ ਗੱਲ ਸਮਝੋ, ਕਿਸੇ ਦੀ ਤੁਸੀਂ ਚੁੱਕਣਾ ਚਾਹਣਾ, ਕਿਸੇ ਸਿਆਸੀ ਰੰਗਤ ਚਾਹਣਾ, ਮੇਰਾ ਨੁਕਸਾਨ ਨਹੀਂਗਾ। ਮੇਰੇ ਖਿਲਾਫ ਤੁਸੀਂ ਮਹੀਨਾ 2 ਮਹੀਨੇ ਸਾਲ 2 ਸਾਲ ਕੁਝ ਜੋ ਵੀ ਅਸੀਂ ਤੇ ਤੁਹਾਡੇ ਨੁਮਾਇੰਦੇ ਆ, ਜੋ ਵੀ ਸਾਡੇ ਕੋਲ 8 ਮਹੀਨੇ 10 ਮਹੀਨੇ ਜਦਾਸ਼ੂ ਕਹਿੰਦਾ ਅਸੀਂ ਤੁਹਾਡੀ ਸੇਵਾ ਕਰਨੀ, ਅਸੀਂ ਕੋਈ ਤੁਹਾਡਾ ਨੁਕਸਾਨ ਨਹੀਂ ਕਰਨਾ। ਪਰ ਜੇ ਅਸੀਂ ਨੁਕਸਾਨ ਕਰਨਾ ਹੁੰਦਾ ਤੇ ਫਿਰ ਅੱਜ ਇੱਥੇ ਤੁਹਾਡੇ ਵਿੱਚ ਕਿਉਂ ਆਉਂਦੇ। ਮੈਂ ਅੱਜ ਇੱਥੇ ਆਇਆ, ਮੈਂ ਅੱਜ ਮੀਡੀਆ ਦੇ ਮਾਧਿਅਮ ਨਾਲ ਸਾਰੇ ਸ਼ਹਿਰ ਨਿਵਾਸੀਆਂ ਨੂੰ ਦੱਸਣਾ ਚਾਹੁੰਦਾ ਕਿ ਅਸੀਂ ਕਿਤੇ ਵੀ ਕਿਸੇ ਮੁਲਾਜ਼ਮ ਦਾ ਕੋਈ ਨੁਕਸਾਨ ਨਹੀਂ ਕੀਤਾ ਔਰ ਨਾ ਕਰਾਂਗੇ। ਦਿਨ ਰਾਤ ਜਿੱਥੇ ਵੀ ਕਿਸੇ ਮੁਲਾਜ਼ਮ ਨੂੰ ਮੁਸ਼ਕਲ ਆਉਂਦੀ ਹੈ, ਪਹਿਲੇ ਦਿਨ ਅੱਜ ਮੈਨੂੰ ਯਾਦ ਹੈ ਕਿ ਅਜੇ ਮੈਂ ਆਪਣੀ ਕੁਰਸੀ ਤੇ ਨਹੀਂ ਬੈਠਾ ਤੇ ਮੈਂ ਪਹਿਲਾਂ ਸਾਰੇ ਸਫਾਈ ਸੇਵਕਾਂ ਨਾਲ ਤੇ ਸੀਵਰਮੈਨਾਂ ਨਾਲ ਮੀਟਿੰਗ ਕੀਤੀ ਸੀਗੀ ਔਰ ਉਹ ਸਾਡੇ ਉੱਥੇ ਮੇਰੇ ਦਫ਼ਤਰ ਦੇ ਬਾਹਰ ਹੀ ਸਾਰੇ ਇਕੱਠੇ ਹੋਏ ਸੀ। ਮੈਂ ਤੁਹਾਨੂੰ ਉਦੋਂ ਵੀ ਇਹ ਵਿਸ਼ਵਾਸ ਦਵਾਇਆ ਸੀਗਾ ਕਿ ਜੇ ਇਸ ਕਾਰਪੋਰੇਸ਼ਨ 'ਚ ਕਿਸੇ ਦੀ ਸੁਣਵਾਈ ਹੋਏਗੀ ਤੇ ਸਭ ਤੋਂ ਪਹਿਲਾਂ ਸਫਾਈ ਸੇਵਕਾਂ ਦੀ, ਸੀਵਰਮੈਨਾਂ ਦੀ ਔਰ ਜਿਹੜੇ ਲੋਕਾਂ ਦਾ ਕੂੜਾ ਚੁੱਕਦੇ ਨੇ ਉਹਨਾਂ ਦੀ ਹੋਏਗੀ ਜਿਹੜੇ ਦਿਨ ਰਾਤ। ਔਰ ਮੈਂ ਆਪਣੀ ਗੱਲ ਤੇ ਕਾਇਮ ਆ। ਮੇਰੇ ਕੋਲ ਜੋ ਤੁਸੀਂ ਅੱਜ ਤੱਕ ਮੰਗਾਂ ਲੈ ਕੇ ਆਏ ਜੇ ਮੈਂ ਮੰਨੀਆਂ ਔਰ ਮੈਂ ਅੱਜ ਫਿਰ ਇੱਥੇ ਇਹਨੂੰ ਮੇਰੀ ਤੁਸੀਂ ਸਭ ਕਈ ਕਹਿਣਗੇ ਮੇਅਰ ਝੁਕ ਗਿਆ, ਮੈਂ ਝੁਕ ਗਿਆ ਛੱਡ ਕੇ 100 ਵਾਰੀ ਤੁਹਾਨੂੰ ਸਜਦਾ ਕਰਾਂਗਾ ਕਿਉਂਕਿ ਮੇਰੀ ਕੋਈ ਇੱਕੋ ਨਹੀਂ ਆ। ਜਿੰਨੀਆਂ ਵੀ ਮੇਅਰ ਦੇ ਜੋ ਮੇਅਰ ਦੀ ਪਾਵਰ ਆ, ਜੋ ਮੇਅਰ ਦੀ ਅਥਾਰਟੀ ਆ, ਜੋ ਮੇਅਰ ਕਰ ਸਕਦਾ, ਉਹ ਤੁਸੀਂ ਸਾਰੀਆਂ ਮੰਗਾਂ ਆਪਣੀਆਂ ਮੇਰੇ ਕੋਲ ਅੱਜ ਹੀ ਜਿਹੜੀਆਂ ਨੇ ਉਹ ਮਨਜ਼ੂਰ ਸਮਝੋ ਔਰ ਜੋ ਲਿਖਾਉਣਾ ਉਹਦੇ ਲਈ ਤੁਸੀਂ ਲਿਖਾ ਕੇ ਲੈ ਆਓ। ਬਾਕੀ ਜਿਹੜੀ ਤੁਹਾਡੀ ਆਪਸੀ ਅੱਜ ਤੱਕ ਇੱਕ ਗੱਲ ਮੈਂ ਹੋਰ ਇੱਥੇ ਕਲੀਅਰ ਕਰਦਾ, ਅੱਜ ਤੱਕ ਮੈਨੂੰ ਇੱਕ ਦੱਸ ਦਿੱਤਾ ਜਾਵੇ ਕਿ ਆਹ ਬਦਲੀ ਮੈਂ ਕਿਹਾ ਕਿ ਆਹ ਫਲਾਣੇ ਐਕਸੀਅਨ ਨੂੰ ਇੱਥੇ ਲਾ ਦਿਓ, ਇੱਥੋਂ ਲਾ ਦਿਓ, ਜਾਂ ਕੋਈ ਟਰੱਕ ਡਰਾਈਵਰ ਸੁਪਰਵਾਈਜ਼ਰ ਬਦਲ ਦਿਓ ਜਾਂ ਲਾ ਦਿਓ
ਮੈਂ ਅੱਜ ਤੱਕ ਇੱਕ ਬਦਲੀ ਤੁਹਾਡੀ ਨਹੀਂ ਕਰਾਈ। ਜੇ ਕੋਈ ਸ਼ਿਕਾਇਤੀ ਬਦਲੀ ਮੈਨੂੰ ਤੁਸੀਂ ਮੇਰੇ ਧਿਆਨ 'ਚ ਲਿਆ ਦਿਓ ਕਿ ਤੂੰ ਕਰਾਈ ਤੇ ਮੇਰਾ ਨਾਮ ਬਦਲਾ ਦਿਓ। ਮੈਂ ਹਮੇਸ਼ਾ ਉਹ ਬਦਲੀ ਕਰਾਈ ਆ ਜਿਹੜੀ ਕਿਤੇ ਯੂਨੀਅਨ ਵਾਲੇ ਮੇਰੇ ਕੋਲ ਆਏ ਆ ਕਿ ਕਹਿ ਦਿਓ ਜੀ ਸਾਡੀ ਆ ਕਰ ਦਿਓ। ਅੱਜ ਤੱਕ ਮੈਂ ਤੁਹਾਡੀ ਕਿਸੇ ਗੱਲ 'ਚ ਕੋਈ ਦਖਲਅੰਦਾਜ਼ੀ ਨਹੀਂ ਦਿੱਤੀ। ਤੁਸੀਂ ਜਾਣੋ, ਤੁਹਾਡਾ ਪ੍ਰਸ਼ਾਸਨ ਜਾਣੇ। ਜਿਹੜਾ ਤੁਸੀਂ ਆ ਵਾਲੀਆ ਸਾਹਿਬ ਕਾਨੂੰਨੀ ਖਲੋਤੇ ਨੇ, ਹੋਰ ਵੀ ਇੱਥੇ ਕਾਨੂੰਨੀ ਮਾਹਰ ਖਲੋਤੇ ਹੋਣਗੇ। ਯੂਨੀਅਨ ਦਾ ਕੋਈ ਅਧਿਕਾਰ ਨਹੀਂਗਾ ਮੇਅਰ ਨੂੰ ਨੋਟਿਸ ਦੇਣ ਦਾ, ਤੇ ਮੇਅਰ ਦਾ ਕੋਈ ਅਧਿਕਾਰ ਨਹੀਂਗਾ ਯੂਨੀਅਨ ਦਾ ਨੋਟਿਸ ਲੈਣ ਦਾ। ਮੈਂ ਤੇ ਆਪ ਤੁਹਾਡੇ ਵਰਗਾ। ਤੁਸੀਂ ਨੋਟਿਸ ਦੇਣਾ ਆਪਣੇ ਕਮਿਸ਼ਨਰ ਨੂੰ, ਆਪਣੇ ਹੈਲਥ ਅਫਸਰ ਨੂੰ, ਉਹ ਤੁਹਾਡੀਆਂ ਮੰਗਾਂ ਮੰਨਣ। ਮੈਂ ਤੁਹਾਡੇ ਨਾਲ ਹਾਂ, ਜਿੱਥੇ ਕਹੋਗੇ ਮੈਂ ਤੁਹਾਡੇ ਨਾਲ। ਤੁਹਾਨੂੰ ਮੇਰੇ ਅੱਗੇ ਧਰਨਾ ਲਾਉਣ ਦੀ ਲੋੜ ਨਹੀਂ। ਮੈਂ ਤੁਹਾਡੇ ਧਰਨੇ 'ਚ ਬਹਿਣ ਨੂੰ ਤਿਆਰ ਹਾਂ ਤਾਂ ਆਪਣੇ ਮੁਲਾਜ਼ਮਾਂ ਲਈ। ਸੋ ਇੱਕ ਗੱਲ ਪਹਿਲਾਂ ਆਪਣਾ ਕਾਨੂੰਨ ਵੀ ਸਿੱਖ ਲਓ। ਮੈਂ ਅੱਜ ਤੁਹਾਨੂੰ ਇਹ ਗੱਲ ਸਾਰੇ ਅੰਮ੍ਰਿਤਸਰ ਵਾਸੀਆਂ ਨੂੰ, ਸਾਰੇ ਮੁਲਾਜ਼ਮਾਂ ਨੂੰ ਇਹ ਗੱਲ ਦੱਸਣਾ ਚਾਹੁੰਦਾ ਕਿ ਅੱਜ ਤੋਂ ਪਹਿਲਾਂ ਔਰ ਅੱਜ ਤੋਂ ਬਾਅਦ 100% ਅਸੀਂ ਮੁਲਾਜ਼ਮਾਂ ਦੇ ਨਾਲ ਹਾਂ। ਔਰ ਸਾਡੀ ਸਰਕਾਰ, ਸਾਡੀ ਪਾਰਟੀ ਹਮੇਸ਼ਾ ਮੁਲਾਜ਼ਮ ਦੀ ਕਦਰ ਕਰਦੀ ਆ। ਔਰ ਜਿਹੜੇ ਲੋਕਾਂ ਅੱਜ ਅਸੀਂ ਜਿਹੜੇ ਬੈਠੇ ਜਿਹੜੀਆਂ ਕੁਰਸੀਆਂ ਤੇ, ਇਹ ਤੁਹਾਡੀ ਬਦੌਲਤ ਬੈਠੀਆਂ ਤੁਸਾਂ ਦਿੱਤੀਆਂ। ਔਰ ਅੱਜ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਤੁਹਾਡੀਆਂ ਸਾਰੀਆਂ ਗੱਲਾਂ ਜਿਹੜੀਆਂ ਉਹਨਾਂ ਨੂੰ ਸੋਚੀਏ, ਵਿਚਾਰੀਏ ਔਰ ਉਹਨਾਂ ਤੇ ਅਮਲ ਕਰੀਏ। ਔਰ ਮੈਂ ਫਿਰ ਤੀਸਰੀ ਵਾਰੀ ਦੁਹਰਾਉਣ ਲੱਗਾ ਕਿ ਜਿੰਨੀਆਂ ਵੀ ਕੋਈ ਵੀ ਕਿਸੇ ਵੀ ਕਿਸਮ ਦੀ ਮੰਗ ਆ ਜਿਹੜੀ ਮੇਅਰ ਦੀ ਅਥਾਰਟੀ ਚਾਹੁੰਦੀ ਆ, ਉਹ ਮੇਅਰ ਵੱਲੋਂ ਪ੍ਰਵਾਨ ਆ ਜਿੱਥੇ ਮਰਜ਼ੀ। ਔਰ ਅੱਜ ਤੋਂ ਬਾਅਦ ਮੈਂ ਤੁਹਾਡੇ ਤੋਂ ਇੱਕ ਗੱਲ ਦਾ ਇਹ ਵਿਸ਼ਵਾਸ ਲਵਾਂਗਾ ਕਿ ਜਿੱਥੇ ਮੈਂ ਹਮੇਸ਼ਾ ਤੁਹਾਡੇ ਨਾਲ ਆ, ਪਰ ਇਹ ਨਗਰ ਮੇਰਾ ਨਹੀਂਗਾ ਇਕੱਲੇ ਦਾ। ਇੱਥੇ 15 ਲੱਖ ਲੋਕ ਵਸਦਾ ਵਾ। ਤੁਹਾਡਾ ਸਾਰਿਆਂ ਦਾ ਆਪਣਾ ਸ਼ਹਿਰ ਆ। ਅੱਜ ਜਦੋਂ ਮੈਂ ਤੁਹਾਡੇ ਨਾਲ ਖਲੋਤਾ, ਫਿਰ ਮੈਨੂੰ ਅੱਖਾਂ ਵਿਖਾਉਣ ਦਾ ਤਾਂ ਕੋਈ ਕੰਮ ਨਹੀਂ ਬਣਦਾ। ਤੁਹਾਡੇ ਨਾਲ ਦਿਨ ਰਾਤ ਮੈਂ ਬੈਠਾ ਖਲੋਤਾ, ਜਿੱਥੇ ਮਰਜ਼ੀ ਖਿਲਾਰ ਲਓ। ਪਰ ਇਸ ਸ਼ਹਿਰ ਦੀ ਸਫਾਈ ਲਈ, ਇਸ ਸ਼ਹਿਰ ਦੀ ਬਿਹਤਰੀ ਲਈ ਮੈਂ ਤੁਹਾਡੇ ਤੋਂ ਇੱਕ ਵਿਸ਼ਵਾਸ ਚਾਹੁੰਦਾ ਕਿ ਤੁਸੀਂ ਕਦੇ ਵੀ ਉੱਥੇ ਪਿੱਠ ਨਹੀਂ ਵਿਖਾਓਗੇ ਔਰ ਹਮੇਸ਼ਾ ਇਸ ਸ਼ਹਿਰ ਦੀ ਤਰੱਕੀ ਦੇ ਵਿੱਚ ਆਪਣਾ ਯੋਗਦਾਨ ਪਾਓਗੇ। ਇੰਨੀਆਂ ਹੀ ਮੈਂ ਤੁਹਾਡੇ ਕੋਲ ਬੇਨਤੀਆਂ ਕਰਨੀਆਂ। ਔਰ ਮੈਂ ਤੁਹਾਨੂੰ ਫਿਰ ਇਹ ਵਿਸ਼ਵਾਸ ਦਿਵਾਉਣਾ ਕਿ ਮੇਰੇ ਵੱਲੋਂ ਮੈਨੂੰ ਕਦੇ ਨੋਟਿਸ ਦੇਣ ਦੀ ਲੋੜ ਨਹੀਂ। ਮੇਰੇ ਧਿਆਨ 'ਚ ਚਿੱਠੀ ਲਿਖ ਕੇ ਲੈ ਆਇਓ। ਮੈਂ ਹਮੇਸ਼ਾ ਮੁਲਾਜ਼ਮ ਦੇ ਨਾਲ ਆ। ਮੈਂ ਹਮੇਸ਼ਾ ਆਪਣੇ ਸੈਨਿਕਾਂ ਦੇ ਨਾਲ ਆ ਔਰ ਹਮੇਸ਼ਾ ਤੁਹਾਡੇ ਨਾਲ ਰਵਾਂਗਾ। ਬਾਕੀ ਜਿਹੜੇ ਕੋਈ ਤੁਹਾਡੇ ਆਪਸੀ ਪਰਿਵਾਰ ਨੇ, ਤੁਹਾਡਾ ਕੋਈ ਸੈਂਟਰੀ ਇੰਸਪੈਕਟਰ ਦੇ ਨਾਲ ਕੋਈ ਜੋ ਵੀ ਝਗੜਾ, ਮੈਂ ਸੰਜੀਦਗੀ ਨਾਲ ਸੁਣਦਾ ਵੀ ਨਹੀਂ ਇਹਨਾਂ ਗੱਲਾਂ ਨੂੰ। ਔਰ ਉਸ ਦਿਨ ਸਾਡੇ ਕੋਲ ਸਾਡੇ ਉਹ ਵੀ ਭਰਾ ਨੇ, ਉਹ ਵੀ ਦਿਨ ਰਾਤ ਤੁਹਾਡੇ ਵਾਂਗ ਕੰਮ ਕਰਦੇ ਨੇ। ਉਹ ਵੀ ਆਪਣੀ ਫਰਿਆਦ ਲੈ ਕੇ ਆਏ ਸੀ ਤੇ ਮੈਂ ਉੱਥੇ ਭਰੀ ਮੀਟਿੰਗ ਦੇ ਵਿੱਚ, ਉਹ 100 ਤੋਂ ਵੱਧ ਬੰਦਾ ਸੀ। ਮੈਂ ਇੱਕ ਗੱਲ ਕਹੀ ਸੀ ਕਿ ਤੁਹਾਡਾ ਪਰਿਵਾਰਕ ਮਸਲਾ ਆਪਸ 'ਚ ਬਹਿ ਕੇ ਨਿਬੇੜ ਲਓ। ਆਹ ਖਲੋਤੇ ਨੇ ਖੋਸਲਾ ਜੀ, ਇੱਥੇ ਉੱਥੇ ਜੋ ਵੀ ਜੁੱਤੀ ਹੋਏ, ਇਹਨਾਂ ਦਾ ਐਡਾ ਮੂੰਹ ਸੁੱਜ ਕੇ ਹੋਇਆ ਸੀ। ਔਰ 4 ਦਿਨ ਮੇਰੇ ਦਫ਼ਤਰ ਦੇ ਬੂਹੇ ਅੱਗੇ ਬੈਠੇ ਰਹੇ। ਮੈਂ ਉਦੋਂ ਵੀ ਇਹਨਾਂ ਨੂੰ ਇਹੀ ਗੱਲ ਕਹੀ ਕਿ ਤੁਹਾਡੇ ਪਰਿਵਾਰ ਦਾ ਮਸਲਾ ਨਿਬੇੜ ਲਓ। ਅੱਜ ਇਹ ਦੋਵੇਂ ਭਰਾ ਜਾਂ ਚਾਚਾ ਭਤੀਜਾ ਆਪਸ 'ਚ ਨਿਬੇੜ ਲਈ। ਮੈਂ ਇਹਨਾਂ ਗੱਲਾਂ 'ਚੋਂ ਕੀ ਲੈਣਾ? ਅੱਜ ਤੁਹਾਡਾ ਉਹਨਾਂ ਨਾਲ ਕੋਈ ਝਗੜਾ, ਤੁਸੀਂ ਆਪਸ 'ਚ ਨਿਬੇੜ ਲਓ। ਉਹਨਾਂ ਨੂੰ ਵੀ ਮੈਂ ਇਹ ਗੱਲ ਕਹੀ ਕਿ ਆਪਸ 'ਚ ਬਹਿ ਕੇ ਨਿਬੇੜ ਲਓ। ਤੁਹਾਨੂੰ ਵੀ ਇਹ ਕਹਿਣਾ ਕਿ ਆਪਸ 'ਚ ਬਹਿ ਕੇ ਨਿਬੇੜ ਲਓ। ਔਰ ਸਾਨੂੰ ਖਾਮ-ਖਾ ਇਸ ਗੱਲ 'ਚ ਨਾ ਕਿਸੇ 'ਚ ਕੋਈ ਘਸੀਟੋ। ਅੱਜ ਮੈਂ ਤੁਹਾਨੂੰ ਪੂਰੇ ਦਿਲ ਤੋਂ, ਦਿਮਾਗ ਤੋਂ ਇਹ ਵਿਸ਼ਵਾਸ ਦਿਵਾਉਣਾ ਕਿ ਅਸੀਂ ਸ਼ੁਰੂ ਤੋਂ ਲੈ ਕੇ ਅੱਜ ਤੱਕ ਤੁਹਾਡੀ ਭਲਾਈ ਦੇ ਕੰਮ ਕੀਤੇ ਨੇ। ਅੱਜ ਜਿੰਨੇ ਆਸ਼ੂ ਨੇ 30-35 ਡਰਾਈਵਰ ਅੱਜ ਬਣਾਏ ਨੇ, ਉਹ ਵੀ ਤੁਹਾਡੇ ਮੈਂ ਸਾਰਾ ਡਿਪਾਰਟਮੈਂਟ ਤੋਂ ਉਲਟ ਜਾ ਕੇ ਬਣਾ ਕੇ ਦਿੱਤੇ। ਸਾਰੇ ਤੁਹਾਡੇ ਕੰਮ ਕਰਕੇ ਦਿੱਤੇ, ਗਾਂਹ ਵੀ ਕਰਕੇ ਦੇਵਾਂਗੇ। ਔਰ ਤੁਸੀਂ ਸਾਨੂੰ ਆਪਣਾ ਸਾਥੀ ਸਮਝ ਕੇ, ਆਪਣਾ ਭਰਾ ਸਮਝ ਕੇ ਚਲੋ। ਔਰ ਇੰਨੀਆਂ ਹੀ ਤੁਹਾਡੇ ਨਾਲ ਬੇਨਤੀਆਂ ਕਰਨੀਆਂ। ਔਰ ਵਾਰ-ਵਾਰ ਅੱਜ ਤੋਂ ਬਾਅਦ ਇੱਕ ਵਾਰੀ ਮੈਂ ਆਇਆ, ਇਸ ਤੋਂ ਬਾਅਦ ਨਾ ਮੈਂ ਸਫਾਈਆਂ ਦੇਣੀਆਂ। ਮੈਂ ਹਮੇਸ਼ਾ ਤੁਹਾਡੇ ਨਾਲ ਖਲੋਤਾ ਔਰ ਨਾਲ ਖਲੋਤਾ। ਨਹੀਂ, ਉਹ ਤੁਸੀਂ ਜਿੱਥੇ ਮੀਟਿੰਗ ਕਰਨੀ ਕਰੋ। ਮੇਰੇ ਕੋਲ ਜੋ ਲਿਖਾਉਣਾ ਲਿਖਾ ਕੇ ਹੁਣੇ ਲੈ ਜਾਓ। ਮੈਂ ਤੁਹਾਡੇ ਨਾਲ 100%। ਧੰਨਵਾਦ ਜੀ। ਮੇਅਰ ਸਾਹਿਬ ਨਾਲ ਹੜਤਾਲ 'ਚ ਜੀ। ਮੇਅਰ ਸਾਹਿਬ ਨਾਲ ਨੇ ਹੜਤਾਲ 'ਚ। ਮੇਅਰ ਸਾਹਿਬ ਬਹਿ ਕੇ ਗੱਲ ਹੋਈ। ਦੇਖੋ, ਸਰਕਾਰੀ ਚੁੱਕਣਾ ਮੈਨੂੰ ਨਹੀਂ ਪਤਾ ਕੀ ਹੈ ਕੀ ਨਹੀਂ। ਜਿਹੜਾ ਤੁਸੀਂ ਇੱਕ ਰੋਜ਼ ਚੁੱਕਣਾ ਕਿਸੇ ਪ੍ਰਕਾਰ ਦੀ ਨਹੀਂ। ਇਹ ਆਪਣੀਆਂ ਰੋਟੀਆਂ ਮੰਗਣ ਦੇ ਨੇ ਤਾਂ ਕਿ ਇੱਥੇ ਕੋਈ ਰੋਟੀਆਂ ਨਹੀਂ ਸੇਕਣ ਦੇ ਨਾਲ। ਇਹ ਨਾਲ ਬੱਚੇ ਭੁੱਖੇ ਮਰੇ ਨੇ, ਦੁੱਧ ਨਹੀਂ ਮਿਲਣ ਦੇ ਇਹਨਾਂ ਨੂੰ। ਇਹ ਵਿਚਾਰੇ ਭੁੱਖੇ ਪਏ ਨੇ, ਘਰਾਂ 'ਚ ਆਟੇ ਪੀਪੇ ਖਾਲੀ ਨੇ ਇਹਨਾਂ ਦੇ। ਮੇਰੀ ਗੱਲ ਸੁਣ, ਮੈਂ ਤੁਹਾਨੂੰ ਇਹੀ ਅੱਗੇ ਵੀ ਇਹ ਗੱਲ ਕਰ ਚੁੱਕਾ
ਕਿ ਮੇਰੇ ਨਾਲ ਤੇ ਤੁਸੀਂ ਤਦ ਗੱਲ ਕਰੋ ਕਿ ਜੇ ਮੈਂ ਤੁਹਾਡੇ ਤੋਂ ਬਾਹਰ ਹੋਵਾਂ, ਤੁਹਾਡੇ ਤੋਂ ਉਲਟ ਹੋਵਾਂ। ਮੈਂ ਤੇ 100% ਤੁਹਾਡੇ ਨਾਲ ਆ। ਅੱਜ 21 ਆ ਗਿਆ, ਮੈਂ ਤੇ 2018 ਚ ਤੁਹਾਡਾ ਮਤਾ ਪਾ ਕੇ ਭੇਜਿਆ। ਜਿਹੜੀਆਂ ਵੀ ਚੀਜ਼ਾਂ ਮੈਂ ਤੁਹਾਨੂੰ ਫਿਰ ਵਾਰ-ਵਾਰ ਕਹਿਣਾ ਕਿ ਮੇਰੇ ਕੋਲ ਕਰਾਉਣ ਵਾਲੀਆਂ ਦੁਬਾਰਾ ਕਰਾ ਲਓ, ਠੀਕ ਹੈ। ਜਿਹੜੀਆਂ ਚੀਜ਼ਾਂ ਤੁਹਾਡੀਆਂ ਪ੍ਰਸ਼ਾਸਨ ਲੈਵਲ ਦੀਆਂ, ਤੁਸੀਂ ਪ੍ਰਸ਼ਾਸਨ ਨਾਲ ਗੱਲ ਕਰੋ, ਸਾਡੇ ਕੋਲ ਜੋ ਕਰਾਉਣ ਵਾਲਾ ਉਹ ਕਰਾਓ। ਔਰ ਵਾਰ-ਵਾਰ ਛੋਟੀ ਜਿਹੀ ਇੱਕ ਬੇਨਤੀ ਵੀ ਕਿ ਤੁਸੀਂ ਸਾਨੂੰ ਪਤਾ ਸਾਡੇ ਤੁਸੀਂ ਬਾਈਬਾਲ ਜੇ ਸ਼ਹਿਰ ਦੇ ਮਾਲਕ ਜੇ, ਤੁਸੀਂ ਸਾਡੇ ਮੰਤਰੀ ਜੇ ਸ਼ਹਿਰ ਦੇ, ਤੁਸੀਂ ਪਿਤਾ ਜੇ ਫਾਦਰ ਸਾਹਿਬ ਦੇ ਸ਼ਹਿਰ ਦੇ, ਅੰਮ੍ਰਿਤਸਰ ਸ਼ਹਿਰ ਦੇ। ਜਿਹੜੇ 46 ਬੰਦੇ ਨੇ ਇਹਨਾਂ ਨੂੰ ਜਿੱਦਾਂ 216 ਜੱਜ ਕੀਤੇ, ਇਹ ਵੀ 2 ਜੱਜ ਬੰਦੇ ਕਰੋਨਾ ਵਾਲੇ ਕਈ ਵਾਰੀ ਕਿਤੇ ਕਿਸੇ ਗੱਲ ਦੀ ਸਮਝ ਨਹੀਂ ਹੁੰਦੀ। ਮੈਂ ਇਹਨਾਂ ਨੂੰ ਪਹਿਲੇ ਦਿਨ ਦਾ ਵਿਸ਼ਵਾਸ ਦਿਵਾਇਆ ਕਿ ਜੋ ਮੇਅਰ ਤੁਹਾਡਾ ਚੁਣਿਆ ਨੁਮਾਇੰਦਾ ਵਾ, ਔਰ ਤੁਸੀਂ ਸਭ ਤੋਂ ਨਿਚਲੇ ਸਤਰ ਦਾ ਇਹ ਕੰਮ ਕਰਦੇ ਨੇ, ਲੋਕਾਂ ਦੇ ਘਰਾਂ 'ਚੋਂ ਗੰਦ ਕੂੜਾ ਚੁੱਕਦੇ ਨੇ। ਔਰ ਮੈਂ ਜਿੰਨਾ ਵੀ ਇਹਨਾਂ ਦਾ ਸਤਿਕਾਰ ਕਰਾਂ, ਜਿੰਨਾ ਵੀ ਧੰਨਵਾਦ ਕਰਾਂ, ਓਨਾ ਹੀ ਥੋੜਾ। ਮੈਂ ਪਹਿਲਾਂ ਵੀ ਇਹਨਾਂ ਨੂੰ ਕਿਹਾ, ਇਸ ਕਿਤੇ ਨਾ ਕਿਤੇ ਕੋਈ ਸਿਆਸੀ ਚੁੱਕਣਾ ਜਾਂ ਮੈਨੂੰ ਨਹੀਂ ਪਤਾ ਕੀ ਆ। ਮੇਅਰ ਦੀ ਜੋ ਪਾਵਰ ਆ, ਮੇਅਰ ਦੀ ਜੋ ਅਥਾਰਟੀ ਆ, ਮੇਅਰ ਵੱਲੋਂ ਸਾਰੀਆਂ ਇਹਨਾਂ ਦੀਆਂ ਮੰਗਾਂ ਪ੍ਰਵਾਨ ਨੇ। ਬਾਕੀ ਕਿਹੜੀ ਪੰਜਾਬ ਸਰਕਾਰ ਨੇ ਕਰਨੀ ਆ, ਕਿਹੜੀ ਪ੍ਰਸ਼ਾਸਨ ਨੇ ਕਰਨੀ ਆ, ਇਹਨਾਂ ਗੱਲਾਂ ਦਾ ਕਾਨੂੰਨੀ ਵੇਖ ਲੈਣ। ਜੋ ਮੇਅਰ ਦੀ ਸ਼ਕਤੀ ਆ, ਜੋ ਮੇਅਰ ਦੀ ਪਾਵਰ ਆ, ਮੇਅਰ ਦੀ ਅਥਾਰਟੀ 'ਚ ਜਿੰਨੀਆਂ ਇਹਨਾਂ ਦੀਆਂ ਮੰਗਾਂ ਹੁੰਦੀਆਂ ਮੈਂ ਸਾਰੀਆਂ ਪ੍ਰਵਾਨ ਉਹ ਪੰਜਾਬ ਸਰਕਾਰ ਨੇ ਕਰਨੇ ਆ। 2018 'ਚ ਵੀ ਅਸੀਂ ਪੰਜਾਬ ਸਰਕਾਰ ਨੂੰ ਸਾਰੇ ਹਾਊਸ ਨੇ ਸਮੁੱਚਾ ਮਤਾ ਪਾ ਕੇ ਭੇਜਿਆ ਇਹ ਜਿਹੜਾ ਪ੍ਰਵਾਨ ਨਹੀਂ ਹੋਇਆ। ਔਰ ਅਸੀਂ ਫਿਰ ਜਿੱਦਾਂ ਵੀ ਇਹ ਸਾਨੂੰ ਕਹਿਣਗੇ ਕਿ ਚਿੱਠੀ ਲਿਖਣੀ ਆ, ਮਤਾ ਪਾਉਣਾ, ਜੋ ਵੀ ਇਹਨਾਂ ਦਾ ਫੈਸਲਾ ਹੋਏਗਾ ਅਸੀਂ ਉੱਦਾਂ ਹੀ ਕਰਾਂਗੇ। ਪੀਐਫ ਘੁਟਾਲਾ ਜਿਹੜਾ ਪੁਰਾਣੀ ਸਰਕਾਰ 'ਚ ਹੋਇਆ ਸੀਗਾ, ਉਹਦੀ ਸਾਡੀ ਸਰਕਾਰ ਦੇ ਵਿੱਚ ਡਿਪਾਰਟਮੈਂਟਲ ਇਨਕੁਆਇਰੀ ਵੀ ਹੋ ਗਈ, ਪੁਲਿਸ ਇਨਕੁਆਇਰੀ ਵੀ ਹੋ ਗਈ। ਉਹਦੇ 'ਚ ਜਿਹੜੇ ਲੋਕਾਂ ਤੇ ਦੋਸ਼ ਫਰੇਮ ਹੋਣੇ ਸੀ ਉਹ ਵੀ ਹੋਏ ਨੇ। ਔਰ ਉਹਦੇ ਵਿੱਚ ਬਾਕੀ ਪਿਛਲੀ ਵਾਰੀ ਵੀ ਕਮਿਸ਼ਨਰ ਨਗਰ ਨਿਗਮ ਨੂੰ ਕਹਿ ਦਿੱਤਾ ਗਿਆ ਸੀਗਾ ਕਿ ਜਿਹੜਾ ਵੀ ਕੋਈ ਕਿਸੇ ਦੀ ਪੋਸਟਿੰਗ ਕੋਈ ਬਕਾਇਆ ਨਹੀਂ ਹੋ ਰਿਹਾ ਉਹ ਸਾਰਾ ਕਰ ਦਿੱਤਾ ਜਾਵੇ। ਇਹ ਸਾਰੇ ਪ੍ਰਸ਼ਾਸਨਿਕ ਡਿਸੀਜਨ ਨੇ, ਇਹ ਪ੍ਰਸ਼ਾਸਨ ਨੇ ਕਰਨੇ ਆ। ਜੋ ਮੇਅਰ ਦੀ ਅਥਾਰਟੀ 'ਚ ਆਉਂਦਾ ਉਹ ਮੇਅਰ 3 ਵਾਰੀ ਕਹਿੰਦਾ ਕਿ ਉਹ ਸਾਰੀਆਂ ਚੀਜ਼ਾਂ ਪ੍ਰਵਾਨ ਹੈ। ਮੈਂ ਇੱਥੇ ਸਟ੍ਰਾਈਕ ਤੋੜਨ ਨਹੀਂ ਆਇਆ, ਮੈਂ ਮਿਸਕਨਸੈਪਸ਼ਨ ਤੋੜਨ ਆਇਆ ਕਿ ਜਿਹੜੀ ਇਹਨਾਂ ਦੇ ਦਿਮਾਗ 'ਚ ਸੀਗੀ। ਮੇਰਾ ਹੜਤਾਲ ਇਹਨਾਂ ਦੀ ਨਾ ਕੋਈ ਲੈਣਾ ਦੇਣਾ ਨਹੀਂ ਗਾ। ਇਹ ਨਗਰ ਨਿਗਮ ਦੇ ਅਫਸਰਾਂ ਨੇ ਇਹਨਾਂ ਕੋਲ ਕੰਮ ਕਰਾਉਣਾ, ਇਹਨਾਂ ਕਰਨਾ। ਮੈਂ ਇਹਨਾਂ ਨੂੰ ਆਪਣੇ ਤਰਫੋਂ ਵਿਸ਼ਵਾਸ ਦਿਵਾਇਆ ਕਿ ਜੋ ਵੀ ਮੇਅਰ ਦੀ ਪਾਵਰ ਆ, ਜੋ ਮੇਅਰ ਦੀ ਅਥਾਰਟੀ, ਕਿਉਂਕਿ ਇਹਨਾਂ ਨੂੰ ਇਹ ਸਮਝਾਇਆ ਪੜ੍ਹਾਇਆ ਜਾ ਰਿਹਾ ਸੀਗਾ ਕਿ ਮੇਅਰ ਨਹੀਂ ਮੰਨਦਾ। ਸੋ ਮੈਂ ਅੱਜ ਮੈਂ ਅੰਦਰ ਬਹਿ ਕੇ ਗੱਲ ਨਹੀਂ ਕੀਤੀ, ਅੱਜ ਇਸ ਕਰਕੇ ਬਾਹਰ ਪਰੇ ਦੇ ਵਿੱਚ ਇਸ ਪੂਰੀ ਕਚਹਿਰੀ ਦੇ ਵਿੱਚ ਗੱਲ ਕੀਤੀ ਆ ਸਾਰੇ ਅੰਮ੍ਰਿਤਸਰ ਵਾਸੀਆਂ ਦੇ ਕਿ ਮੇਰੀ ਕੋਈ ਈਗੋ ਨਹੀਂ, ਮੈਂ ਕਿਸੇ ਗੱਲ ਤੇ ਕੋਈ ਨਹੀਂ ਅੜਦਾ। ਜੋ ਮੇਅਰ ਦੀਆਂ ਪਾਵਰਾਂ ਨੇ, ਉਸ ਮੇਅਰ ਦੀ ਅਥਾਰਟੀ 'ਚ ਜਿੰਨੀਆਂ ਵੀ ਇਹਨਾਂ ਦੀਆਂ ਮੰਗਾਂ ਹੁੰਦੀਆਂ ਨੇ, ਉਹ ਸਾਰੀਆਂ ਦੀਆਂ ਸਾਰੀਆਂ मैं प्रवान की। ये मेयर करमजीत सिंह रिंटू ने बड़े, आज मैं समझता हूँ आज उन्होंने बहुत स्क्रिप्ट जैसे लिखी हो, उन्होंने बातों बातों में बता दिया कि मैं आपके साथ हूँ, और ये भी कहा कि मैं हड़ताल तोड़वाने नहीं आया हूँ। और आज उन्होंने ये भी बता दिया कि जो भी आपकी मांगें पूरी नहीं हो, वो मेयर होने के नाते मेरी तरफ से हाँ है और सरकार की तरफ से ना है। तो हाँ और ना के बीच में यहाँ पे देख सकते हैं इनका पक्ष क्या है। और ये अब यहाँ पर क्या वो कह गए कि मैं एज ए मेयर जो भी मांगे हैं वो एक्चुअली मुझे लग रहा है कि आप कल धरना था तो वो अपने दफ्तर के बाहर धरना ना देना, आप लोग दे दें, इसलिए यहाँ आए थे क्या? इसीलिए मेयर साहब आए थे भी कल मेरा गहरा होना कहीं मुलाजम कर लें, मगर मुलाजमों का प्रोटेक्स जारी है, मुलाजमों की हड़ताल जारी है। तब तक हड़ताल जारी है जब तक मुलाजमों का कोई भी काम नहीं हल हो जाता। जो प्रोसीडिंग जैसे कि कोरोना काल में जिन्होंने काम किया, डोंकी बैच वालों ने, साथ में स्टील लाइट वाले, साथ में उनके वो कोरोना काल में जिन्होंने शैली आदमियों ने काम किया, 195 सीवर मैन है, साथ में 800 मुलाजम की पक्के तौर पर भर्ती कराने के लिए यूनियन आज लान बंद होकर एक झंडे के नीचे खड़ी है। ये बताइएगा, मेयर तो कहेगा कि एज ए मेयर मैं आपके साथ हूँ, आपके साथ बैठने को तैयार हूँ, क्योंकि और आप कमिश्नर उन्होंने सारी पारी कमिश्नर पे छोड़ दी, कमिश्नर पे मित्तल पे छोड़ दिया, केवल मित्तल पे कि वो आपके मुखिया हैं, उन्होंने काम लेना है, मैं तो मेयर हूँ। उन्होंने कहा मेरा कोई लेना देना नहीं, मेरा कोई लेना देना नहीं। अगर मानयोग मेयर साहब शहर वासियों के 15 लाख लोगों से प्यार करते होते,
1800 मुलाजम के साथ प्यार करते होते थे, आज वो बोलते भी जो भी मंगे बुलानी, मैडम कमीशन को साथ लेकर आते, मैडम को क्यों नहीं लाए? अच्छा चलिए, मैडम को नहीं लाए, वो उनकी वो जाने वो ना। पर एक बात बताइए, उन्होंने कहा मेरे से लिखवा लो, मैं आपके साथ हूँ, मेरे से लिखवा लो स्टाम्प पेपर में। हमने भी बोल दिया अगर मेयर साहब हमारे साथ हैं, हम भी मेयर साहब के साथ हैं, प्रोटेस्ट जारी है। तो प्रोटेस्ट जारी है, तो अब मेयर का घेराव तो नहीं होगा, क्योंकि मेयर तो आपके साथ है, वो तो आपके साथ दरी पे बैठने को तैयार है ना। कल अमृतसर नगर निगम का हम घेराव करेंगे तो माननीय मेयर साहब को बोलेंगे अगर हमारे हक में तो हमारे साथ बैठे। तो कल अगर मेयर आपके साथ दरी पे बैठते हैं तो फिर तो ये पैमाना है मेयर का कि वो अगर मेयर साहब हमारे साथ बैठते हैं दरी पर तो हम पूरी अमृतसर नगर निगम बंद करा देंगे। चेयरमैन साहब ये बताइएगा, आपने तो बहुत सारा कुछ देखा है, आए नहीं थे वो इसलिए कि कहीं उनका धरना ना दिया जाए। ਮੈਂ ਜੀ ਵੇਖੋ ਇਹ ਗੱਲ ਕਹਿਣਾ ਚਾਹੁੰਦਾ, ਵੇਖੋ ਜਦੋਂ ਆਪ ਚੱਲ ਕੇ ਆਏ ਹੋ ਉਹਨਾਂ ਨੇ ਬੜੀ ਵਧੀਆ ਮੁਲਾਜ਼ਮਾਂ ਦੇ ਹੱਕ 'ਚ ਗੱਲ ਕੀਤੀਆਂ, ਔਰ ਤੁਹਾਨੂੰ ਵੀ ਪਤਾ ਇਹਨੇ ਮੁਲਾਜ਼ਮਾਂ ਦੇ ਵਿੱਚ ਬਹਿ ਕੇ ਕੋਈ ਮਤਾ ਤੇ ਹੋਣਾ ਨਹੀਂ ਆ। ਸਾਫ਼ ਲਫ਼ਜ਼ਾਂ ਦੇ ਵਿੱਚ ਕਹਿ ਗਏ ਵੀ ਜਿਹੜੀਆਂ ਮੇਰੇ ਕੋਲ ਮੇਰੀਆਂ ਪਾਵਰ 'ਚ ਹੈਗੀਆਂ ਮੈਂ ਵਰਤਾਂਗਾ। ਇਹ ਤਾਂ ਸਾਨੂੰ ਵੀ ਪਤਾ ਨੌਕਰੀਆਂ ਤੇ ਕੈਪਟਨ ਅਮਰਿੰਦਰ ਸਿੰਘ ਹੀ ਦੇ ਸਕਦੇ, ਮੇਅਰ ਸਾਹਿਬ ਨਹੀਂ ਦੇ ਸਕਦੇ। ਹਾਂ, ਇਹ ਮੇਅਰ ਸਾਹਿਬ ਨੂੰ ਮਤਾ ਲਿਖ ਕੇ ਦੇ ਦੇਣ ਤੇ ਫਿਰ ਸਾਡਾ ਕੋਈ ਮੁਲਾਜ਼ਮਾਂ ਦਾ ਹੱਲ ਹੋ ਸਕਦਾ ਵਾ। ਵੇਖੋ ਹਾਂਜੀ ਹਾਂਜੀ ਚਲੋ ਕਰੋ। मेयर साहब ये कह गए हैं कि मैं लिख के देता हूँ, मैं आपके साथ हूँ, आपके साथ दरी में बैठने को तैयार है। आप कमिश्नर को बोले, मेयर का कोई इसमें लेना देना नहीं, आप उनको नोटिस नहीं दे सकते, यूनियन की तरफ से नोटिस नहीं दे सकते, ज्ञापन दे सकते, नोटिस नहीं दे सकते, ना वो ले सकते हैं। आज उन्होंने नपी तुली शब्दों से बातें की, उन्होंने बताया कि मैं आपके साथ हूँ और घेराव ना हो, कहीं ना कहीं ये भी बात थी दिल में। ਵੇਖੋ ਜੀ ਮੇਅਰ ਸਾਹਿਬ ਦੇ ਹੱਕ 'ਚ ਹੈਗੇ ਜੀ, ਕਾਰਪੋਰੇਸ਼ਨ ਤੇ ਮੇਅਰ ਹੈਗੇ ਨਾ, ਉਹ ਕਾਰਪੋਰੇਸ਼ਨ ਸਾਰੀ ਉਹਨਾਂ ਕੋਲ ਹੈਗੀ ਆ। ਵੇਖੋ ਅਸੀਂ ਬਹਿ ਕੇ ਉਹਨਾਂ ਨਾਲ ਗੱਲ ਕਰਾਂਗੇ ਕਿ ਜਿਹੜੀਆਂ ਮੰਗਾਂ ਸਾਨੂੰ ਲਿਖਤੀ ਦੇ ਦੇਣ, ਤੇ ਸਾਡੀ ਹੜਤਾਲ ਜਿਹੜੀ ਵੀ ਜਾਰੀ ਆ। ਜਦੋਂ ਸਾਨੂੰ ਲਿਖਤੀ ਸਾਡੀਆਂ ਮੰਗਾਂ ਦੇ देंगे ਅਸੀਂ ਹੜਤਾਲ ਚੁੱਕ देंगे। अच्छा ये बताइए, सरकारी, क्योंकि वो तो राजनीतिक पोस्ट है मेयर, सरकारी बात करें तो ये आपके यहीं जो कमिश्नर हैं डिप्टी, यहाँ के डिप्टी कमिश्नर और या आपके निगम कमिश्नर वो ही हैं। ये तो सियासी पद हो गया मेयर का, आप इनको चुनौती नहीं दे सकते नौकरी और सरकारी नौकरी के लेकर, सही बात है ना ये? अब ਵੇਖੋ ਜੀ ਚੁਣੌਤੀ ਇਹ ਨਹੀਂ ਸਕਦੇ, ਜਿਸ ਤਰ੍ਹਾਂ ਕਿ ਉਹਨਾਂ ਨੇ ਕਿਹਾ ਮੈਡਮ ਨੂੰ, ਅਸੀਂ ਮੈਡਮ ਨੂੰ ਮਿਲ ਕੇ ਕਵਾਂਗੇ ਵੀ ਜੇ ਪਾਵਰਾਂ ਤੁਹਾਡੇ ਕੋਲ ਗਏ ਤੇ ਤੁਸੀਂ ਵਰਤਦੇ ਕਿਉਂ ਨਹੀਂ। कल घेराव तो नहीं होगा, मेयर का घेराव तो नहीं होगा दफ्तर का? ਰਹਾ ਹੋਗਾ ਜੇ आज ਮੈਡਮ ਕਮਿਸ਼ਨਰ ਕੋਮਲ ਮਿੱਤਲ ਜੀ ਸਾਨੂੰ ਸੱਦ ਲੈਂਦੇ ਨੇ ਤੇ ਸਾਡੀਆਂ ਬਹਿ ਕੇ ਮੰਗਾਂ ਜਿਹੜੀਆਂ ਲਿਖਤੀ ਦੇ ਦੇਣਗੇ। मेयर तो आपके साथ आगे, तो जो आपके साथ है उसका घेराव करेंगे आप? मैं ये पूछ रहा हूँ। तो ਵੇਖੋ ਸਾਰਾ ਹੈਗਾ, ਉਹ ਵੀ ਜ਼ਿੰਮੇਵਾਰ ਹੈ ਕਾਰਪੋਰੇਸ਼ਨ ਦੇ। मेरा वो कहता मैं आपके साथ दरी में बैठने को तैयार हूँ, तो फिर आप घेराव करोगे कल? ਨਹੀਂ ਜੋ ਸਾਡੇ ਨਾਲ ਦਰੀ ਤੇ ਬਹਿਣ ਨੂੰ ਤਿਆਰ ਤੇ ਹੈ ਹੀ, ਉਹਨਾਂ ਦਾ ਘਰੋਂ ਕਾਹਦੇ ਲਈ ਕਰੀਏ। नहीं करेंगे ਫਿਰ ਅਸੀਂ ਪ੍ਰਸ਼ਾਸਨ ਜਿਹੜਾ ਰਣਜੀਤ ਹੈ ਇਹਨੂੰ कह गए यहाँ पे कि मैं आपके साथ दरी में बैठने को, दरी पर बैठने को तैयार हूँ, कह गए मुलाजिमों को। ਚਲੋ ਕੋਈ ਨਹੀਂ, ਕੱਲ ਅਸੀਂ ਬਹਿਣਾ ਹੀ ਆ ਉੱਥੇ ਮੰਗਲਵਾਰ। ਜੇ ਸਾਡੀ ਅੱਜ ਕੋਈ ਮੈਡਮ ਨਾਲ ਗੱਲ ਹੋ ਜਾਂਦੀ ਠੀਕ ਹੈ ਲਿਖਤੀ, ਜੇ ਨਹੀਂ ਹੋਣਗੇ ਮੀਰ ਸਾਹਿਬ ਨੇ ਵਾਅਦਾ ਕੀਤਾ ਇੱਥੇ ਮੰਚ ਤੇ ਜਿਹੜਾ ਅੱਜ ਇੱਥੇ ਧਰਨਾ ਲਾਇਆ ਉੱਥੇ ਰਣਜੀਤ ਐਮ ਨੇ ਜਾ ਕੇ ਸਾਡੇ ਨਾਲ ਦਰੀ ਤੇ ਬਹਿ ਜਾਣ। चलिए ये चेयरमैन है और आपको दिखाइए, आपस में बहस हो रही है तो हम बहस सिखाते हैं। ये आपस की बहस है, क्या बहस हो रही है? 2017 ਦੇ ਵਿੱਚ ਮੇਅਰ ਸਾਹਿਬ ਆਏ ਸੀ, ਉਦੋਂ ਇਹਨਾਂ ਨੇ ਹੜਤਾਲ ਆੜੀ ਚੁੱਕਣ ਵਾਸਤੇ ਕਿਹਾ ਸੀ, ਉਦੋਂ ਵੀ ਹੜਤਾਲ ਕੀਤੀ ਸੀ। ਉਦੋਂ ਕਹਿੰਦੇ ਕਿ ਮੈਨੂੰ ਥੋੜਾ ਟਾਈਮ ਦਿਵੋ ਤੇ ਮੈਂ ਤੁਹਾਨੂੰ ਪੱਕੇ ਕਰਾਂਗਾ, ਮੈਂ ਹਾਲੇ ਨਵਾਂ ਆਇਆ ਹਾਂ। ਸਾਨੂੰ ਕੁਝ ਨਹੀਂ ਕਰਦਾ ਵਾ ਹਾਲੇ ਵੀ, ਆਪਾਂ ਇਹੋ ਸਾਡੀ ਮੰਗ ਹੈ ਸਾਨੂੰ ਸੀਵਰ ਮੈਨ ਤੇ ਸਟੀਲ ਲਾਈਟ ਪੱਕੇ ਕੀਤੇ ਜਾਣਗੇ ਤੇ ਫਿਰ ਆਪਾਂ ਉੱਠਣਾ, ਨਹੀਂ ਤਾਂ ਸੀਵਰ ਸਾਰੇ ਪੂਰੇ ਬੰਦ ਹੋਣਗੇ ਅੰਮ੍ਰਿਤਸਰ ਦੇ। एक बात और, मेयर कह गए हैं कि हमारी सियासत ये पोस्ट है, ये जो करना है कमिश्नर करना है, सरकार ने करना है। और ये कहते हैं कि मैं आपके साथ दरी पे बैठने को तैयार हूँ। मेयर कह रहे हैं कि हम आपके साथ हैं, तो फिर बात तो खत्म हो गई, मेयर से लड़ाई खत्म। ਜਦੋਂ ਹੋਸ਼ ਚ ਮਤਾ ਪੈਂਦਾ ਵਾ ਤੇ ਉਦੋਂ ਕੋ ਪੈਂਦਾ ਵਿੱਚ, ਫਿਰ ਉਦੋਂ ਕੱਲੀ ਮੈਡਮ ਬੈਠੇ, ਫਿਰ ਕੱਲੀ ਮੈਡਮ ਬੈਠੇ, ਫਿਰ ਉੱਥੇ ਜਦੋਂ ਕਹਿੰਦਾ ਮੈਨੂੰ ਨਹੀਂ ਕੋਈ ਪਤਾ ਮੈਂ ਸਿਆਸੀ ਬੰਦਾ ਵਾਂ, ਤੇ ਫਿਰ ਉੱਥੇ ਕਾਰਪੋਰੇਸ਼ਨ ਦੀ ਵੇਟ ਕੀ ਕਰਦਾ ਪਿਆ ਵਾ, ਕਾਰਪੋਰੇਸ਼ਨ ਚੋਂ ਬਾਹਰ ਆਵੇ ਫਿਰ। नहीं, अब आज वो कह गए कि हम दरी पे बैठेंगे तो कल फिर उनके खिलाफ धरना बनेगा। शुक्ला जी, ये मुलाजमत का प्रोटेस्ट इदा चलेगा जिन्नी देर तक जिन्नी देर तक मुलाजमान ਦੀਆਂ ਮੰਗਾਂ ਦਾ ਕੋਈ समाधान नहीं निकलता उन्नी देर तक हड़ताल जारी रहेगी। उन्होंने कह दिया मेरे अख्तियार में नहीं है, ये सरकार का काम है, सरकार का, पंजाब सरकार का काम है, वो नौकरी नहीं दे रही। बिल्कुल ठीक है। वो कहते मेरे हद में जो है वो सब आपके साथ। यार चुप करो। मेयर साहब कह रहे कि सरकार का काम आ, तो मेयर साहब अपने आप सरकार का हिस्सा नहीं मानते। जो गल मेयर साहब यार गल कर रहे भला, मेयर साहब अपने आप सरकार का हिस्सा नहीं मानते। पहला तो यह स्पष्ट करने मेयर साहब कि सरकार का हिस्सा नहीं है। जेकर
ਇਹ ਸਰਕਾਰ ਦਾ ਹਿੱਸਾ ਨਹੀਂ ਹੈਗੇ ਤੇ ਫਿਰ ਗੱਦੀ ਛੱਡਣ। ਜੇ ਸਰਕਾਰ ਦਾ ਹਿੱਸਾ ਹੈਗੇ ਨੇ ਤੇ ਮੁਲਾਜ਼ਮ ਦਾ ਮੰਗਾਂ ਮੰਨਣ। ਨਾਲੇ ਸ਼ੁਕਲਾ ਜੀ, ਪੰਜਾਬ ਦੇ ਵਿੱਚ ਇੱਕ ਕਾਨੂੰਨ ਆ, ਦੋ ਕਾਨੂੰਨ ਨਹੀਂ ਹੈਗੇ। ਜੇਕਰ ਸਫਾਈ ਸੇਵਕਾਂ ਨੂੰ ਪਿਛਲੀ ਪੰਜਾਬ ਸਰਕਾਰ ਨੇ ਪੱਕਿਆ ਕੀਤਾ ਸੀਵਰਮੈਨਾਂ ਨੂੰ, ਉਹਨਾਂ ਨੇ ਨੋਟੀਫਿਕੇਸ਼ਨ ਕਰ ਦਿੱਤਾ ਸੀਗਾ। ਉਸ ਨੋਟੀਫਿਕੇਸ਼ਨ ਦੇ ਆਧਾਰ ਦੇ ਉੱਤੇ ਜਲੰਧਰ ਦੇ ਵਿੱਚ ਸਾਰੇ ਸਫਾਈ जिन्ने सीवरमैन आ वो पक्के हो गए ने, ते अमृतसर कारपोरेशन क्यों नहीं हो रहे? ये कितनी नेगलिजेंसी है? चलिए, हो सकता है कि कैप्टन सरकार मुलाजिमों का दिल जीतने के लिए नौकरी का झांसा दे ही दे, और नौकरी इलेक्शन लड़ने के बाद नौकरी मिले ना मिले, खैर इलेक्शन तो लड़ा ही जा सकता है 2022 का। क्या पता कैप्टन अमरिंदर सिंह सभी की मांगे मान लें और नौकरी दे दे। हो सकता है सियासी खेल। बिल्कुल जी बिल्कुल, यह सब कुछ जो कुछ नज़र आ रहा है यह सब सियासी खेल है। और बहुत हैरान है कि अमृतसर के, हम पहले भी कहते रहे हैं कि ये ऐसे गंभीर मुद्दे पर जो सफाई व्यवस्था पूरे अमृतसर शहर की बंद हुई हो, वहाँ पर मेयर साहब आकर कहते हैं कि मेरा इस मामले में कोई लेना देना नहीं है। उन्होंने कहा कि जो कमिश्नर हैं नगर निगम के, उनका घराव कीजिए। सीधी सीधी बात उन्होंने कही है, यह बड़ी हैरान करने वाली है। अगर आपके पास पावर नहीं है तो जो हाउस जो बैठता उसके अंदर आप क्यों बैठते हैं? फिर कमिश्नर ही फैसला ले। आप तो नाम का ही मेयर हुए ना। मेयर के आने के बाद यहाँ पे जन आक्रोश बढ़ा है, हर कोई कुछ ना कुछ कहना चाहता है। और हम पूछते हैं, यहाँ पे महिलाएं आई हुई हैं, मेयर साहब आए ही, मेयर साहब एक मिनट, मेयर साहब आए ही देना सर मेयर साहब आए सी की कह गए? ਉਹ ਤੇ ਨੌਕਰੀਆਂ ਵਾਸਤੇ ਕਹਿ ਗਏ ਆ ਜੀ की कह गए ਕਿ ਨੌਕਰੀਆਂ ਦਵਾਂਗੇ, ਅਸੀਂ ਤੁਹਾਡੇ ਨਾਲ ਹੈਗੇ ਆ। ਸਾਡੀ ਸੁਣਾਈ ਇੰਨੀ ਨਹੀਂ ਕਰਕੇ ਗਏ। उन्होंने क्या नौकरी देवांगे? ਉਹ ਕਹਿੰਦੇ ਮੇयर ਸਾਹਿਬ ਕੋਲ ਜਾਓ, ਉਹ ਨੌਕਰੀ ਦੇਣਗੇ, ਅਸੀਂ ਤੁਹਾਡੇ ਨਾਲ ਆ। ਤੁਹਾਨੂੰ लगता है नौकरी मिलेगी? ਸਾਨੂੰ ਤੇ ਅਜੇ ਕੋਈ ਉਮੀਦ ਨਹੀਂ ਹੈਗੀ। नहीं लगता। तो आपका नाम क्या है? नाम आपका? मेरा नाम सुनीता। सुनीता जी, मेयर साहब आए थे? हाँ आए ही। क्या कह गए? एक मिनट रुकिए यार। हाँ जी, ਅਜੇ ਸੁਣਾਈ ਨਹੀਂ ਹੋਈ ਸਰ, ਸਾਡੀ ਕੋਈ नहीं सुनाई हुई। तो यहाँ पे लोग भड़के हुए हैं और आप देख सकते हैं, और ये यहाँ पे लोग हैं, यहाँ पे देख सकते हैं आप, ये आक्रोश है, ये लोग हैं। चलिए, मेयर साहब आए सी जो कह के गए, तुसी की कहना चाहोगे एक आवाज से? ਸਾਡੇ ਹੱਕ 'ਚ ਕੋਈ ਗੋਂਗਲੇ ਮਿੱਟੀ ਝਾੜ ਕੇ ਗਏ ਆ, ਬਸ ਗੱਲਬਾਤ ਕਰਕੇ ਗਏ ਆ। ਸਾਡੇ ਜਿਹੜੇ ਪਰਿਵਾਰ ਜਿੰਨੇ ਵੀ ਖਲੋਤੇ ਬੈਠੇ ਆ, ਉਹਨਾਂ ਦਾ ਕੋਈ ਵੀ ਅਜੇ ਸੁਣਵਾਈ ਢੰਗ ਤਰੀਕੇ ਨਾਲ ਨਹੀਂ ਹੋਈ। ਬਸ ਇੰਨਾ ਕਹਿ ਕੇ ਅਸੀਂ ਤੁਹਾਡੇ ਨਾਲ ਆ। ਸਾਡੇ ਨਾਲ ਤੇ ਸਾਡੇ ਪਰਿਵਾਰ ਦਾ ਹਾਲ ਵੇਖੋ ਕੀ ਆ। ਬੱਚਿਆਂ ਨੂੰ ਆਟੇ ਤੋਂ, ਰਾਸ਼ਨ ਪਾਣੀ ਤੋਂ ਅਸੀਂ ਇੰਨੇ ਤੰਗ ਆ। ਜੇ ਤਨਖਾਹਾਂ ਸਾਨੂੰ 4-5-6 ਮਹੀਨਾ ਪਿੱਛੋਂ ਮਿਲਦੀਆਂ, ਜੇ ਸਾਡੇ ਇਹਨਾਂ ਨੇ 10 ਸਾਲ ਹੋ ਗਏ ਆ ਪੱਕਿਆਂ ਕਰਨ ਵਾਸਤੇ, ਸਾਨੂੰ ਉਹ ਨਹੀਂ ਕੀਤੇ ਜੀ ਇਹਨਾਂ ਨੇ। ਬਸ ਇੰਨਾ ਕਹਿ ਕੇ ਅਸੀਂ ਤੁਹਾਡੇ ਨਾਲ ਆ ਜੀ। वो कहते हैं कि मेरे पास पावर नहीं है, पावर सरकार के पास है, सरकार नौकरी देगी, मेरे पास पावर नहीं है, मैं अपनी सभी पावर आपके लिए मैं यूज़ करूँगा, उन्होंने कहा है। ਸਰਕਾਰ ਵੀ ਇਹਨਾਂ ਦੀ ਹੈ ਜੀ, ਅਸੀਂ ਤਾਂ ਕੰਮ ਇਹਨਾਂ ਦੇ ਕਰਕੇ ਕਰਨ ਡਿਆ ਜੀ। ਜਿੰਦਾਬਾਦ ਜਿੰਦਾਬਾਦ, मुलाजिम एकता जिंदाबाद। ਜੇ ਮਾਨਯੋਗ ਮੇयर ਸਾਹਿਬ ਸਾਡੇ ਹੱਕ ਦੇ ਆਵਾਜ਼ ਨੂੰ ਬੁਲੰਦ ਕਰਕੇ ਸਾਰੇ ਝੰਡੇ ਤੇ ਮੋਹਰ ਨਾ ਲਾਈ, ਜੇ ਸਾਡੇ ਨਾਲ ਕੱਲ ਮੇयर ਸਾਹਿਬ ਹੜਤਾਲ 'ਚ ਨਾ ਬੈਠੇ ਤੇ ਮਾਨਯੋਗ ਮੇयर ਕਰਮਜੀਤ ਸਿੰਘ ਰਿੰਟੂ ਜੀ ਦਾ ਦਫ਼ਤਰ ਦਾ ਕੱਲ ਘਿਰਾਓ ਕੀਤਾ ਜਾਏਗਾ। ਮੁਲਾਜ਼ਮ ਏਕਤਾ, ਮੁਲਾਜ਼ਮ ਏਕਤਾ, ਜੋ हमसे टकराएगा, जो हमसे टकराएगा चूर चूर हो जाएगा। मुलाजम एकता जिंदाबाद, जिंदाबाद जिंदाबाद। ਕੱਲ ਮੇयर ਕਰਮਜੀਤ ਸਿੰਘ ਰਿੰਟੂ ਜੀ ਜੇ ਸਾਡੇ ਨਾਲ ਹੜਤਾਲ 'ਚ ਬਹਿੰਦੇ ਨੇ ਠੀਕ ਹੈ, ਸਾਡੀਆਂ ਮੁਸ਼ਕਲਾਂ ਨੂੰ ਹੱਲ ਕਰਾਉਣ ਵਾਸਤੇ। ਜੇ ਨਹੀਂ ਬਹਿਣਗੇ ਤੇ ਮਾਨਯੋਗ ਕਰਮਜੀਤ ਸਿੰਘ ਰਿੰਟੂ ਦਾ ਸਭ ਨਾਲ ਪਹਿਲੇ ਦਫ਼ਤਰ ਘੇਰਿਆ ਜਾਏਗਾ। ਮੁਲਾਜ਼ਮ एकता जिंदाबाद। तो ये बड़ी खबर है कि आज करमजीत सिंह रिंटू आए थे यहाँ पे, और जो उन्होंने कहा वो भी हमने आपको सुनाया, और जो उन्होंने मीडिया के सामने कहा वो भी हमने आपको सुनाया है। आज उन्होंने कई चीज़ें ऐसी बातें बताई जिसमें उन्होंने बातों ही बातों में कई लोगों की पोल भी खोल डाली, पोल भी खोली, और पोल खोलने के बाद उन्होंने यहाँ तक कहा सरकार जाने,
सरकार जाने, मेरे पावर नहीं है हाथों में। तो कुल मिला के हम आपको तस्वीरें दिखा रहे थे। ये आज सबसे बड़ी बात है, संकट का समय है कि कोरोना का संकट काल है, और कोरोना के संकट काल में और सफाई मुलाजिम जब हड़ताल पे रहे और मेयर यहाँ पे पहुँचे और मेयर यहाँ पर आके इन लोगों को हम पूछते, मेयर साहब आए की देंगे ਤੁਹਾਨੂੰ ਤੁਹਾਡਾ ਹੁਣ ਘਿਰਾਓ ਕੱਲ ਫਿਰ ਉਹਨਾਂ ਨੇ ਕਰਤਾ ਘਿਰਾਓ ਹੋਣਾ ਮੇयर ਸਾਹਿਬ ਦਾ। ਕੱਲ ਜਿਹੜਾ ਸਾਡਾ ਮੰਗਲਵਾਰ ਦਾ ਅਸਲੀ ਜਿਹੜਾ ਮੁੱਦਾ ਵਾ, ਕੱਲ ਅਸੀਂ ਕਮਿਸ਼ਨਰ ਸਾਹਿਬ ਦਾ ਕਰਾਂਗੇ ਘਿਰਾਓ। ਕੱਲ ਉੱਥੇ ਕੋਈ ਦਫ਼ਤਰ ਵਿੱਚ ਨਾ ਦਫ਼ਤਰ ਦਾ ਮੁਲਾਜ਼ਮ ਕੋਈ ਨਿਕਲੇਗਾ, ਉੱਥੇ ਬਾਹਰ ਨਾ ਕੋਈ ਕੰਮਕਾਰ ਹੋਏਗਾ। ਅਸੀਂ ਦਫ਼ਤਰ ਤਜ਼ਰੀਆਂ ਵਿਛਾ ਕੇ ਉੱਥੇ ਲੰਮੇ ਪਾਵਾਂਗੇ, ਭਾਵੇਂ ਰਾਤ ਦਿਨ ਪੈਣਾ ਪਵੇ। ਜਿਹੜੇ ਮੇयर ਸਾਹਿਬ ਆਏ ਨੇ ਨਾ, ਮੇयर ਸਾਹਿਬ ਨੇ ਇੱਕ ਇਹੋ ਜਿਹੀ ਗੱਲ ਕਹਿ ਕੇ ਚਲ ਗਏ ਨੇ, ਉਹ ਆਪਣਾ ਬਚਾਅ ਵੀ ਕਰਕੇ ਨੇ ਵੀ ਮੇਰਾ ਵਿੱਚ ਕੋਈ ਕਸੂਰ ਕੋਈ ਨਹੀਂ। ਕਿਉਂ ਕਿ ਉਹਦੇ ਮਾਲਕ ਨੇ ਜਿਹੜੇ ਇੰਨੇ ਕੌਂਸਲ ਨੇ, 85 ਕੌਂਸਲ ਨੇ, MLA ਨੇ, ਸਾਰੇ ਦੇ ਹਾਊਸ ਦੀ ਮੀਟਿੰਗ ਦੇ ਹਾਊਸ ਦੇ ਮਾਲਕ ਨੇ। ਜੇ ਉਹ ਕਹਿੰਦੇ ਵੀ ਮੇਰੇ ਵਾਸਤੇ ਰੋਕ ਨਹੀਂ, ਤਾਂ ਫਿਰ ਮਤਲਬ ਹੀ ਕੋਈ ਨਹੀਂ, ਫਿਰ ਇੱਥੇ ਬੈਨ ਖਲੋਣ ਦਾ, ਫਿਰ ਤਾਂ ਗੱਲ ਕਰਨ ਦਾ ਮਤਲਬ ਕੋਈ ਨਹੀਂ। ਉਹਨਾਂ ਕਿਹਾ ਕਮਿਸ਼ਨਰ ਦਾ ਕਰੋ ਘਰਾਓ, ਜੇ ਦੂਜਿਆਂ ਦਾ ਕਰੋ, ਤੇ ਫਿਰ ਕੱਲ ਜਿਹੜੇ ਕੱਲ ਅਸੀਂ ਅਫਸਰਾਂ ਦਾ ਘਰਾਓ ਕਰਾਂਗੇ। सीधी जी अभी अंदर बात हुई है, वो ये कह रहे हैं कि हम मेयर के दफ्तर का घेराव करेंगे। अभी अंदर वो पारित कर दिया उन्होंने, सभी मुलाजमों ने। नगर निगम प्रशासन का ही घराव करेंगे, उत्थे भावें कमीशन होवे ते भावें एडिशनल होवे, भावें हेल्थ अफसर होण। ਅਸੀਂ ਸਾਰਾ ਦਫ਼ਤਰ ਦਾ ਸਟਾਫ ਜਿਹੜਾ ਬੰਦ ਕਰ ਦੇਣਾ ਵਾ ਕੱਲ। ਕਿਉਂ ਕਿ ਜਿਹੜਾ ਸੀਵਰਮੈਨ ਆ ਉਹ ਜਦੋਂ ਪਹਿਲਾਂ ਉਹਨਾਂ ਨੇ 11-12 ਚ ਪੱਕੇ ਕੀਤੇ ਆ, ਬਾਅਦ ਚ 16 ਚ ਫੇਰ ਪੱਕੇ ਕੀਤੇ ਨੇ। ਕਾਨੂੰਨ ਇੱਕ ਆ, ਡਾਇਰੈਕਟੋਰੇਟ ਨੇ ਇੱਕੋ ਗੱਲ ਕੀਤੀ ਸੀ ਕਿ ਸੀਵਰਮੈਨ ਜਿਹੜੇ ਹਰ ਜਗ੍ਹਾ ਤੇ ਪੱਕੇ ਹੋਣਗੇ, ਸਟੀਲ ਵਾਲੇ ਪੱਕੇ ਹੋਣਗੇ। ਉਦੋਂ ਵੀ ਮਹੱਲਾ ਸੁਧਾਰ ਵਾਲੇ ਪੱਕੇ ਕੀਤੇ ਗਏ ਨੇ। ਅੱਜ ਮਹੱਲਾ ਸੁਧਾਰ ਵਾਲੇ ਕਹਿੰਦੇ ਨਹੀਂ, 16 ਚ ਜਲੰਧਰ ਵਾਲੇ ਫੇਰ ਪੱਕੇ ਕਰਾਏ। ਲੇਕਿਨ ਇੱਕ ਪਿਓ ਦੇ ਦੋ ਪੁੱਤਰ ਨੇ, ਇੱਕ ਨੂੰ ਕਹਿੰਦੇ ਵੀ ਤੂੰ ਵੱਖਰਾ ਹੋ ਜਾ, ਦੂਜੇ ਨੂੰ ਕਹਿੰਦੇ ਵੱਖਰਾ। ਇਹ ਨਹੀਂ ਟੂਲ ਚੱਲਦਾ, ਦੋਨਾਂ ਵਾਸਤੇ ਇੱਕੋ ਜਿਹਾ ਪ੍ਰੋਗਰਾਮ ਹੁੰਦਾ। ਉਹ ਕਹਿੰਦੇ ਵੀ ਨਹੀਂ, ਇੱਥੇ ਜਲੰਧਰ ਦਾ ਹੋਰ, ਅੰਮ੍ਰਿਤਸਰ ਦਾ ਹੋਰ ਨਹੀਂ ਹੋ ਸਕਦਾ। ਜੇ ਜਲੰਧਰ ਪੱਕੇ ਕੀਤੇ ਨੇ ਸੀਵਰਮੈਨ ਸਟੀਲ ਐਡ, ਇੱਥੇ ਵੀ ਪੱਕੇ ਕਰਾ ਕੇ ਉੱਠਾਂਗੇ। ਸਾਡੀ ਕੋਈ ਹੜਤਾਲ ਚੁੱਕਣ ਦਾ ਮਤਲਬ ਕੋਈ नहीं, हड़ताल लगातार चलती रहेगी। पीएफ घोटाले के बारे में उन्होंने कहा कि जांच हो भी गई और कार्रवाई भी हो गई। कार्रवाई कुछ नहीं, गोंगलू की मिट्टी चढ़ी, वही ऑफिसर उत्थे आ गए ने, वही मालक उत्थे बह गए ने। 17 ਦੇ ਵਿੱਚ ਜਿਹੜੀ ਉਹਨਾਂ ਨੇ ਇੱਕ ਕਿਸ਼ਤ ਜਮ੍ਹਾਂ ਕਰਾਈ ਆ, ਲੇਕਿਨ ਬਾਕੀ ਕਿਸ਼ਤਾਂ ਅਜੇ ਤੱਕ ਕੋਈ ਜਮ੍ਹਾਂ ਨਹੀਂ ਹੋਈ। ਬਾਕੀ ਕਿਸ਼ਤਾਂ ਜਮ੍ਹਾਂ ਕਰਾਉਣਗੀਆਂ, ਸਾਨੂੰ ਪ੍ਰੋਸੀਡਿੰਗ ਲਿਖ ਕੇ ਦੇਣ ਕਿ ਤੁਹਾਡਾ ਪੀਐਫ 'ਚ ਲਾਉਣ 'ਚ ਪੈਸੇ ਪੈ ਗਏ ਨੇ। ਸੀਵਰਮੈਨ ਤੁਹਾਡੇ ਜਿਹੜੇ ਨੇ ਅਸੀਂ ਉਹ 'ਚ ਪਾਸ ਕਰਨ ਲੱਗੇ ਨੇ। ਉਹ ਗੌਰਮੈਂਟ ਵੱਲੋਂ ਮਨਜ਼ੂਰੀ ਜਿਹੜੀ ਉਹ ਦੇ ਦਿੱਤੀ ਗਈ ਆ, ਅਸੀਂ ਲਿਖ ਦਿੱਤਾ ਉਹਨਾਂ ਨੂੰ, ਤਾਂ ਅਸੀਂ ਦਿਖਾ ਵੀ ਦਿੱਤੀ। ਕਮਿਸ਼ਨਰ ਸਾਹਿਬ ਨੇ ਕਿਹਾ ਸੀ ਕਿ ਮੈਨੂੰ ਉਹ ਮਤਾ ਦੱਸੋ, ਉਹ ਮਤਾ ਵੀ ਦੇ ਦਿੱਤਾ, ਔਰ ਡਾਇਰੈਕਟੋਰੇਟ ਦੀ ਮਨਜ਼ੂਰੀ ਵੀ ਦੇ ਦਿੱਤੀ ਆ। ਇਸ ਕਰਕੇ ਅਸੀਂ ਜੇ ਪ੍ਰੋਸੀਡਿੰਗ ਸਾਨੂੰ ਬਣਾ ਕੇ ਦੇਣਗੇ ਫਿਰ ਉਠਾਂਗੇ, ਨਹੀਂ ਤਾਂ ਹੜਤਾਲ ਇੰਟਰਨਲ ਚੱਲਦੀ रहेगी। उन्होंने कहा कि सीवरमैन और स्ट्रीट लाइट वाले ये तो मोहल्ला कमेटियों के उनके नौकर हैं, हमारे है ही नहीं। जब 11-12 में पक्के किए थे त्रिक्षण सूद जी, बादल साहब, सुखबीर बादल और जिन्ने भी मंत्री सी, ਜਿਹੜੀ ਅਕਾਲੀ ਭਾਜਪਾ ਇਕੱਠੀ ਸਰਕਾਰ ਸੀ ਗਠਬੰਧਨ, ਉਸ ਵੇਲੇ ਵੀ ਇਹਨਾਂ ਨੇ ਇਹੋ ਗੱਲ ਕਹੀ। ਉਦੋਂ ਵੀ ਮਹੱਲੇ ਦੇ ਬੰਦੇ ਸੀ, ਪਹਿਲਾਂ 1200 ਲੈਂਦੇ ਸੀ, ਮਹੱਲਾ ਸੁਧਾਰ ਦੇ ਬੰਦੇ ਸੀ, ਫਿਰ 2400 ਲੈਂਦੇ। 2400 ਤੋਂ ਬਾਅਦ ਫਿਰ ਉਹਨਾਂ ਨੂੰ ਨੌਕਰੀ ਤੇ ਪੱਕਾ ਕੀਤਾ ਗਿਆ 3 ਸਾਲ ਤੋਂ ਬਾਅਦ। ਪਰ ਜੇ ਉਹ ਮਹੱਲਾ ਸੁਧਾਰ ਵਿੱਚ 2400 ਵਾਲੇ ਪੱਕੇ ਹੋ ਸਕਦੇ, ਇਹ ਵੀ ਤਾਂ ਮਹੱਲਾ ਸੁਧਾਰ ਦੇ ਬੰਦੇ ਹੀ ਆ, ਇਹਨਾਂ ਨੂੰ ਕਿਉਂ ਨਹੀਂ ਪੱਕਾ ਕੀਤਾ ਗਿਆ? ਉਦੋਂ ਵੀ ਅਫਸਰਾਂ ਦੀ ਨਗੇਲੀ ਸੀ, ਹੁਣ ਵੀ ਇਹਨਾਂ ਦੀ ਨਗੇਲੀ ਆ। ਅਗਰ ਜੇ ਇਹਨਾਂ ਨੂੰ ਪੱਕਾ ਕਰਨਗੇ ਤਾਂ ਠੀਕ ਹੈ, ਨਹੀਂ ਕਰਨਗੇ ਤਾਂ ਸਾਡੀ ਹੜਤਾਲ ਚੱਲਦੀ ਰਹੇਗੀ। हड़ताल चलती रहेगी। तो पूरे शहर के सफाई व्यवस्था ठप हो गई है। सफाई जी 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 ਇੱਕ ਬਾਤ ਹੋਰ ਕਿ ਮੈਂ ਪਿਛਲੇ ਦਿਨੀ ਔਰ ਕੱਲ ਵੀ ਬੇਨਤੀ ਕੀਤੀ ਸੀ ਕਿ ਜਿਹੜੇ ਇੱਕ ਨਵਾਂ ਰੂਲ ਇਹਨਾਂ ਪਾਸ ਕਰ ਦਿੱਤਾ ਗਿਆ ਕਿ ਜਿਹੜੇ SC ਐਕਸ਼ਨ, SDO, ਅਸਿਸਟੈਂਟ ਕਮਿਸ਼ਨਰ ਦੀਆਂ ਜਿਹੜੀਆਂ 9 ਗੱਡੀਆਂ ਨੇ, 9 ਗੱਡੀਆਂ ਅਸੀਂ ਪ੍ਰਾਈਵੇਟ ਚਲਾਵਾਂਗੇ। ਉਹ 60,000 ਰੁਪਈਆ ਟਰੈਵਲ ਵਾਲੇ ਨੂੰ ਦੇਵਾਂਗੇ, ਜਿਹੜੀ ਕਿਰਾਏ ਤੇ ਲਿਆ ਕੇ। ਅਸੀਂ ਕਹਿੰਦੇ ਜੇ ਤੁਸੀਂ 60,000 ਰੁਪਈਆ ਕਾਰਪੋਰੇਸ਼ਨ ਨੂੰ ਕਹਿੰਦੇ ਵੀ 60,000 'ਚ ਖਤਮ ਕਰਨਾ ਵਾ, ਤੇ ਫਿਰ ਤੁਸੀਂ ਇੱਦਾਂ ਕਰੋ, ਆਪਣੀ ਕਾਰ ਤੇ ਆਪ ਹੀ ਆ ਜਾ ਕਰੋ, 50,000 ਤੁਹਾਨੂੰ ਹੋਰ ਬਚ ਜਾਏਗਾ। ਆਪਣੀ ਕਾਰ ਆਪੇ ਚਲਾਇਆ ਕਰੋ, ਆਪੇ ਆਇਆ ਕਰੋ। ਜੇ ਇਹ ਗੱਲ ਨਹੀਂ ਸਾਡੇ ਕੋਲ ਬਰਦਾਸ਼ਤ ਹੋਣੀ, ਜੇ ਸਾਡੇ 9 ਡਰਾਈਵਰ ਜਿਹੜੇ ਸਰਕਾਰੀ ਆ ਉਹ ਸਰਕਾਰੀ ਗੱਡੀਆਂ ਚਲਾਉਣਗੇ, ਪ੍ਰਾਈਵੇਟ ਗੱਡੀ ਨਾ ਚੱਲਣ ਦਿੱਤੀ ਜਾਊਗੀ, ਤੇ ਨਾ ਪ੍ਰਾਈਵੇਟ ਬੰਦਾ ਅੰਦਰ ਐਂਟਰ ਹੋਣ ਦਿੱਤਾ ਜਾਏਗਾ। ਅਸੀਂ 9 ਡਰਾਈਵਰ ਜਿਹੜੇ ਪੱਕੇ ਆ। प्राइवेट गाड़ियों पे घूम रहे हैं निगम के अधिकारी, प्राइवेट गाड़ियों पे घूम रहे हैं निगम के अधिकारी। सरकारी गाड़ी पे भरोसा नहीं या कर्मचारियों पर नहीं, बड़ा सवाल। सरकारी गाड़ी पे भरोसा नहीं, सरकारी कर्मचारियों पे भरोसा नहीं। कल को सिक्योरिटी भी भरोसा नहीं रहा होगा तो निजी सिक्योरिटी लेंगी। देख सकते हैं ये भीड़, कोरोना के संकट काल में ये भीड़, अफसोस के साथ कहना पड़ेगा कि मैं समझता हूँ कि चंद लोगों ने ही मास्क लगाए हैं। तो ये हड़ताल जारी रहेगी। कल होगा मेयर का घेराव, कल मेयर का घेराव होगा। और सफाई व्यवस्था आज तीसरे दिन चरमरा गई है पूरी अमृतसर की। सफाई कर्मचारी आंदोलन पे हैं। मेयर आए थे, आश्वासन देकर चले गए। अब कल अगर मेयर साहब इनके साथ दरी पर नहीं बैठते तो फिर हड़ताल जारी है। स्पेशल रिपोर्ट मनोज भगत के साथ सफर शुक्ला की। जय हिंद, जय भारत।
ਘਬਰਾਉਣ ਦੀ ਲੋੜ ਨਹੀਂ। ਹਰ ਬਿਮਾਰੀ ਦਾ ਇਲਾਜ ਆਯੁਰਵੈਦਿਕ ਜੜੀ ਬੂਟੀਆਂ ਦੁਆਰਾ। ਸਾਈਲ ਹੈਲਥ ਕੇਅਰ ਅੰਮ੍ਰਿਤਸਰ ਤੇ ਬੇਔਲਾਦ ਸਰੀਰਕ ਤਾਕਤ, IBS, ਸਪਰਮ ਕਾਊਂਟਿੰਗ, ਮੈਨ ਪਾਵਰ, ਹਰ ਬਿਮਾਰੀ ਦਾ ਪੱਕਾ ਤੇ ਸਫਲ ਇਲਾਜ ਸਾਹਿਲ ਹੈਲਥ ਕੇਅਰ ਆਯੁਰਵੈਦਿਕ ਸੈਂਟਰ। ਲੇਕਿਨ ਅੱਜ ਵੀ ਸਾਡੇ ਭਾਰਤ ਦੇ ਵਿੱਚ ਆਯੁਰਵੇਦ ਨੂੰ ਬਹੁਤ ਮਾਨਤਾ ਦਿੱਤੀ ਜਾਂਦੀ ਹੈ, ਬਹੁਤ ਮਹੱਤਵ ਹੈ। ਆਦਮੀ ਦੇ ਵਿੱਚ ਜਿਹੜੀ ਅੰਦਰੂਨੀ ਕਮਜ਼ੋਰੀ ਆਉਂਦੀ ਹੈ ਉਹ ਕਈ ਰੋਗਾਂ ਕਰਕੇ ਆਉਂਦੀ ਹੈ, ਜਿਹੜੇ ਔਲਾਦ ਪੈਦਾ ਨਹੀਂ ਕਰ ਸਕਦੇ, ਉਹਨਾਂ ਨੂੰ ਸ਼ੁਕਰਾਣੂ ਦੀ ਕਮੀ। ਮਿਲੋ ਰੋਜ਼ਾਨਾ 10 ਤੋਂ 6 ਸਾਈਲ ਹੈਲਥ ਕੇਅਰ ਸੈਂਟਰ 100 ਫੁੱਟੀ ਰੋਡ ਅੰਮ੍ਰਿਤਸਰ। ਸੰਡੇ ਛੁੱਟੀ।